ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੇ यूके यूरोप ਅਤੇ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ ਮੇਰਾ ਸਾਥ ਦੇਣਗੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ ਸੌ। ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਦੀ ਗੱਲ ਕਰੀਏ ਤੇ ਗਿੱਦੜਾਣੀ ਜਿਹੜੀ ਪਿੰਡ ਆ ਉਸ ਦੇ ਵਿੱਚ ਬਾਬਾ ਅਮਰੀਕ ਸਿੰਘ ਅਜਨਾਲਾ ਜਿਹੜੇ ਆ ਉਹ ਵੀ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਸਾਥੀ ਵੀ ਪਹੁੰਚੇ ਹੋਏ ਤੇ ਜਿਹੜਾ ਉੱਥੇ ਟਕਰਾਅ ਦੀ ਸਥਿਤੀ ਬਣੀ ਸੀਗੀ ਉਹ ਸਾਰੇ ਕੁਝ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਇਲਜ਼ਾਮ ਲਗਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਪਿੱਛੇ, ਚਾਹੇ ਉਸ ਦੇ ਉੱਤੇ SGPC ਦੇ ਪ੍ਰਧਾਨ ਦੇ ਵੱਲੋਂ ਇਹ ਕਿਹਾ ਗਿਆ ਕਿ ਮੇਰਾ ਨਾਮ ਜਾਣਬੁੱਝ ਕੇ ਵਿੱਚ ਲਿਆ ਜਾ ਰਿਹਾ ਵਾ, ਸਾਨੂੰ ਇਸ ਮਸਲੇ ਦਾ ਕੁਝ ਵੀ ਜਿਹੜਾ ਆ ਉਹ ਪਤਾ ਨਹੀਂ ਗਾ। ਦੂਸਰੀ ਗੱਲ ਕਰੀਏ ਤੇ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਫਿਰ ਨਾ ਕਰ ਦਿੱਤੀ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ। ਵਾਕਿਆ ਤੁਹਾਨੂੰ ਲੱਗਦਾ ਕਿ ਉਹ ਚਾਹੁੰਦੇ ਆ ਕਿ ਹੁਣ ਮੈਨੂੰ ਛੇਕ ਹੀ ਦਿੱਤਾ ਜਾਵੇ ਪੰਥ ਦੇ ਵਿੱਚੋਂ? ਜਿੱਥੋਂ ਤੱਕ ਢੱਡਰੀਆਂ ਵਾਲਿਆਂ ਦੀ ਗੱਲ ਹੈ ਜੀ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪਹਿਲਾਂ ਕੋਸ਼ਿਸ਼ ਕੀਤੀ ਸੀ ਮਾਝੇ ਦੇ ਵਿੱਚ ਦੀਵਾਨ ਕਰਨ ਦੀ, ਲੇਕਿਨ ਸਰਕਾਰ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜੀ। ਲੇਕਿਨ ਅੱਜ ਸਭ ਤੋਂ ਵੱਡੀ ਗੱਲ ਇਹ ਵੀ ਜਿਹੜੇ ਲੋਕ ਸ਼ਿਕਾਇਤਕਰਤਾ ਨੇ ਉਹ ਬਾਬੇ ਢੱਡਰੀਆਂ ਵਾਲੇ ਦਾ ਜਿਹੜਾ ਸਮਾਗਮ ਰੋਕਣ ਵਾਸਤੇ ਨਹੀਂ ਗਏ ਜੀ। ਜਿਹੜੇ ਗਏ ਨੇ ਉਹਨਾਂ ਅਕਾਲ ਤਖਤ ਤੇ ਕੋਈ ਸ਼ਿਕਾਇਤ ਨਹੀਂ ਦਿੱਤੀ, ਸਿਰਫ ਇੱਕੋ ਹੀ ਕਹਿੰਦੇ ਵੀ ਇੱਕ ਸਿੱਖ ਧਰਮ ਦੇ ਖਿਲਾਫ ਪ੍ਰਚਾਰ ਕਰਦਾ ਜੀ, ਇਹ ਗੁਰੂ ਸਾਹਿਬ ਦੇ ਖਿਲਾਫ ਪ੍ਰਚਾਰ ਕਰਦਾ, ਤੇ ਸਪਸ਼ਟ ਉਹਨਾਂ ਕੁਝ ਨਹੀਂ ਕੀਤਾ ਜੀ। ਜਦ ਕਿ ਭਾਈ ਢੱਡਰੀਆਂ ਵਾਲੇ ਕਹਿ ਰਹੇ ਨੇ ਵੀ ਮੈਂ ਆਪਣੇ ਕੋਲੋਂ ਕੁਛ ਨਹੀਂ, ਮੈਂ ਭਾਈ ਸੰਤੋਖ ਸਿੰਘ ਦੀ ਕਿਤਾਬ ਪੜ੍ਹ ਕੇ ਤੇ ਉਹਦੇ ਵਿੱਚ ਜੋ ਕਿਹਾ ਵਾ ਤੁਸੀਂ ਵੇਖ ਲਓ, ਤੁਹਾਡੇ ਕੋਲ ਹੀ ਕਿਤਾਬਾਂ ਪਈਆਂ ਔਰ ਉਹਦੇ ਬਾਰੇ ਵਿਦਵਾਨ ਮੰਨਦੇ ਨੇ ਜੀ। ਵਾਕਿਆ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਨੇ ਜੀ। ਤੇ ਜਿਹੜੀ ਆਪਾਂ ਭਾਈ ਢੱਡਰੀਆਂ ਵਾਲੇ ਦੀ ਗੱਲ ਕਰ ਲਈ, ਉਹਨਾਂ ਨੇ ਫਿਰ ਕਿਹਾ ਜੀ ਮੈਂ ਸੰਗਰੂਰ ਦੇ ਵਿੱਚ ਦੀਵਾਨ ਕਰਨੇ ਆ। ਦੀਵਾਨ ਉਹਨੇ ਨਹੀਂ ਕਿਹਾ, ਸੰਗਤਾਂ ਨੇ ਕਿਹਾ ਵੀ ਤੁਸੀਂ ਦੀਵਾਨ ਲਾਓ ਉੱਥੇ ਆ ਕੇ। ਤੇ ਗਿੱਦੜਾਣੀ ਪਿੰਡ ਦੇ ਵਿੱਚ ਜਦੋਂ ਦੀਵਾਨ ਲਾਉਣ ਦੀ ਗੱਲ ਕੀਤੀ ਗਈ ਤੇ ਫਿਰ ਭਾਈ ਅਮਰੀਕ ਸਿੰਘ ਅਜਨਾਲਾ ਜੀ, ਜਿਹਦੇ ਤੇ ਉਹ ਦੋਸ਼ ਲਾ ਰਹੇ ਨੇ ਜੀ, ਭਾਈ ਢੱਡਰੀਆਂ ਵਾਲੇ ਵੀ ਇਹਨੂੰ ਝੂਠ ਬੋਲਣ ਦੀ ਆਦਤ, ਇਹਨਾਂ ਝੂਠ ਡਟ ਕੇ ਬੋਲਿਆ ਵੀ ਸੰਤ ਭਿੰਡਰਾਂ ਵਾਲੇ ਅੱਜ ਵੀ ਜਿੰਦਾ ਨੇ ਜੀ। ਬਾਬਾ ਠਾਕਰ ਸਿੰਘ ਹੋਰਾਂ ਬਾਰੇ ਜਦੋਂ ਦੁਸਹਿਰਾ ਹੋਣ ਲੱਗਾ ਸੀ ਉਹਨਾਂ ਦੇ ਚਲਾਣੇ ਤੋਂ ਬਾਅਦ ਜੀ, ਤੇ ਉਸ ਟਾਈਮ ਦੇ ਕੁਛ ਬਾਬਾ ਜਿਹੜੇ ਨਵੇਂ ਬਣੇ ਸੀ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਤੋਂ ਉਹਨਾਂ ਦੇ ਸਾਥੀਆਂ ਨੇ ਫੈਸਲਾ ਕਰ ਲਿਆ ਵੀ ਅੱਜ ਆਪਾਂ ਸੰਤ ਭਿੰਡਰਾਂ ਵਾਲਿਆਂ ਦਾ ਜਿਹੜੀ ਸੀ ਸ਼ਹੀਦੀ ਦਾ ਐਲਾਨ ਕਰ ਦਈਏ ਜੀ, ਕਿ ਉਹਨਾਂ ਦਾ ਪਰਿਵਾਰ ਵੀ ਬਹੁਤ ਕਾਲਾ ਸੀ, ਐਲਾਨ ਕੀਤਾ ਜਾਵੇ। ਤੇ ਲੇਕਿਨ ਕੋਈ ਸਿਆਣੇ ਬੰਦਿਆਂ ਨੇ ਜੋ ਕਿਹਾ ਬਾਬਾ ਜੀ ਕੀ ਕਵਾਂਗੇ ਆਪਾਂ ਅੱਜ ਜੇ ਐਲਾਨ ਕਰਕੇ, ਬਾਬਾ ਠਾਕਰ ਸਿੰਘ 20 ਸਾਲ ਝੂਠ ਬੋਲਦੇ ਰਹੇ। ਫਿਰ ਉਸ ਦਿਨ ਐਲਾਨ ਨਹੀਂ ਕੀਤਾ ਸੀ, ਫਿਰ 6 ਜੂਨ 2005 ਨੂੰ ਐਲਾਨ ਕਰ ਦਿੱਤਾ ਗਿਆ ਸੀ ਵੀ ਸੰਤ ਸ਼ਹੀਦ ਹੋ ਗਏ ਨੇ ਜੀ। ਅਕਾਲ ਤਖਤ ਤੋਂ ਐਲਾਨ ਹੋ ਗਿਆ ਤੇ ਅਕਾਲ ਤਖਤ ਨੂੰ ਵੀ ਜੇ ਕਿਤੇ ਬਾਬਾ ਭਾਈ ਅਮਰੀਕ ਸਿੰਘ ਨਹੀਂ ਮੰਨਣ ਲਈ ਤਿਆਰ ਤਾਂ ਆਪਾਂ ਕੀ ਕਹਿ ਸਕਦੇ ਇਹਦੇ ਬਾਰੇ 'ਚ। ਇਹਦੇ ਬਾਰੇ ਭਾਈ ਢੱਡਰੀਆਂ ਵਾਲਿਆਂ ਦਾ ਬਿਲਕੁਲ ਦਰੁਸਤ ਬਿਆਨ ਵੀ ਵੇਖੋ, ਉਹ ਅਕਾਲ ਤਖਤ ਦੇ ਹੁਕਮ ਨਹੀਂ ਮੰਨਦੇ। ਮੈਨੂੰ ਤਾਂ ਕਹਿੰਦੇ ਤੁਸੀਂ ਨਹੀਂ ਮੰਨਦੇ ਜੀ, ਆਪ ਕਿਹੜਾ ਮੰਨਦੇ ਉਹਨਾਂ ਨੇ ਜੀ। ਤੇ ਉੱਥੇ ਹੁਣ ਜਿਹੜੇ ਭਾਈ ਅਮਰੀਕ ਸਿੰਘ ਹਰੀਓ ਉਹ ਲਾਗੇ ਕੋਈ 5-7 ਕਿਲੋਮੀਟਰ ਦੂਰ ਪਿੰਡ ਆ, ਉੱਥੇ ਗੁਰਦੁਆਰੇ 'ਚ ਗਏ ਨੇ ਵਿਰੋਧ ਕਰਨ ਵਾਸਤੇ। ਉੱਥੋਂ ਪ੍ਰਸ਼ਾਸਨ ਨੇ ਉਹਨਾਂ ਨੂੰ ਬਾਹਰ ਨਿਕਲ ਨਹੀਂ ਦਿੱਤਾ ਤੇ ਉਹਨਾਂ ਦੀ ਗਿਣਤੀ ਵੀ ਬਹੁਤੀ ਨਹੀਂ, 25-30 ਤੋਂ ਵੱਧ ਨਹੀਂ ਹੈਗੀ ਜੀ। ਤੇ ਜਿਹੜੇ ਨਿਹੰਗ ਸਿੰਘਾਂ ਨੇ ਕਿਹਾ ਸੀ ਵੀ ਅਸੀਂ ਇਹਨੂੰ ਸੋਧ ਦਿਆਂਗੇ, ਸੋਧ ਦਾ ਮਤਲਬ ਹੁੰਦਾ ਇਹਨੂੰ ਗੱਡੀ ਚਾੜ ਦੇਂਗੇ, ਅਸੀਂ ਇਹ ਦੁਨੀਆ ਤੇ ਨਹੀਂ ਰਹਿਣ ਦੇਵਾਂਗੇ, ਇੱਥੋਂ ਤੱਕ ਗੱਲ ਹੁੰਦੀ ਹੈ ਜੀ। ਤੇ ਇਹੋ ਜਿਹੀ ਭਾਸ਼ਾ ਜਿਹੜੀ ਸੱਭਿਆ ਭਾਸ਼ਾ ਵਰਤਣੀ ਜਿਹੜੀ ਸਮਾਜ ਦੇ ਵਿੱਚ ਮਾੜੀ ਗੱਲ। ਜੇ ਤੁਸੀਂ ਕੋਈ ਗੱਲ ਵੀ ਕਰਨੀ ਤੇ ਇਸ ਸੰਵਾਦ ਨਾਲ ਹੱਲ ਹੋ ਸਕਦੀ ਆ। ਤੇ ਭਾਈ ਢੱਡਰੀਆਂ ਵਾਲਿਆਂ ਨੇ ਇੱਕ ਦਿਨ ਦੀਵਾਨ ਲਾਇਆ ਤੇ ਉਹਨਾਂ ਆਪਣੀ ਸੰਗਤਾਂ ਨੂੰ ਕਹਿ ਦਿੱਤਾ ਵੀ ਆਪਾਂ ਤੜੀ ਪਕਾ ਲਈ ਆ ਤੇ ਹੁਣ ਬੰਦ ਕਰ ਦੀ, ਆਪਾਂ ਅਗਲੇ 2 ਦਿਨ ਦੀਵਾਨ ਨਹੀਂ ਲਾਵਾਂਗੇ। ਤੇ ਉਸ ਟਾਈਮ 'ਚ ਸੰਗਤਾਂ ਉੱਠ ਕੇ ਖੜੀ ਹੋ ਗਈ, ਬਾਬਾ ਜੀ ਨਹੀਂ, ਦੀਵਾਨ 3 ਦਿਨ ਦਾ ਲੱਗੇਗਾ। ਅੱਜ ਉਹਨਾਂ ਤੀਸਰਾ ਦਿਨ ਜੀ। 2 ਦਿਨ ਸ਼ਾਂਤੀਪੂਰਵ ਲੰਘ ਚੁੱਕੇ ਆ ਤੇ ਉਮੀਦ ਆ ਵੀ ਜਿੰਨਾ ਕਿ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਵਾ ਉਹ ਅੱਜ ਵੀ ਸ਼ਾਂਤੀ ਦਾ ਦੀਵਾਨ ਮੁੱਕ ਜਾਏਗਾ। ਪੱਟੀ ਸਾਹਿਬ, ਤੁਸੀਂ ਸੰਵਾਦ ਦੀ ਗੱਲ ਵੀ ਕੀਤੀ ਹੈ ਵਿੱਚ। ਢੱਡਰੀਆਂ ਵਾਲੇ ਖੁਦ ਚਾਹੁੰਦੇ ਆ ਕਿ ਸੰਵਾਦ ਕੀਤਾ ਜਾਵੇ, ਫਿਰ ਉਹ ਕਮੇਟੀ ਜਿਹੜੀ 5 ਮੈਂਬਰੀ ਅਕਾਲ ਤਖਤ ਵੱਲੋਂ ਬਣੀ ਆ ਉਸ ਦੇ ਸਾਹਮਣੇ ਆ ਕੇ ਉਹਨਾਂ ਨਾਲ ਗੱਲ ਕਿਉਂ ਨਹੀਂ ਕਰਦੇ? ਗੱਲ ਤਾਂ ਇਹੀ ਆ ਕਿ ਉੱਥੇ ਆ ਕੇ ਆਪਣੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਦੱਸਣ ਤੇ ਉਹ ਕੀ ਕਹਿੰਦੇ ਆ ਉਹ ਸੁਣਨ। ਜਦੋਂ ਤੁਸੀਂ ਕਿਸੇ ਦੇ ਨਾਲ ਗੱਲ ਹੀ ਨਹੀਂ ਕਰ ਰਹੇ ਤਾਂ ਫਿਰ ਵਾਦ ਵਿਵਾਦ ਤਾਂ ਵਧੇਗਾ ਹੀ। ਉਹਨਾਂ ਦਾ ਇਹ ਦੋਸ਼ ਆ ਵੀ ਇਹ ਜਿਹੜੀ ਕਮੇਟੀ ਬਣਾਈ ਗਈ ਆ, ਇਹ ਕਮੇਟੀ ਕੀ ਜਥੇਦਾਰ ਅਕਾਲ ਤਖਤ ਤੋਂ ਬਣਾਈ ਗਈ, ਉਹਨਾਂ ਨੂੰ ਪੁੱਛਾਂ ਤੋਂ ਬਣਾਈ ਗਈ ਆ। ਇਹ ਵਿਅਕਤੀ ਜਿਹੜੇ ਉਹਨਾਂ ਦੇ ਹੈਗੇ ਉਹਨਾਂ ਦਾ ਇਨਸਾਫ ਨਹੀਂ ਕਰ ਸਕਦੇ। ਅਸੀਂ ਇਹ ਵੀ ਗੱਲ ਕਹਾਂਗੇ ਵੀ ਜਿਹੜੇ ਤੁਹਾਨੂੰ ਇਨਸਾਫ ਦੀ ਆਸ ਕਰ ਸਕਦੇ ਤੁਸੀਂ ਜਥੇਦਾਰ ਨੂੰ ਲਿਖ ਕੇ ਭੇਜ ਦਿਓ ਜੀ।
ਪਹਿਲਾਂ ਬੰਦਿਆਂ ਦੀ ਕਮੇਟੀ ਬਣਾਈ ਜਿਹੜੇ ਨਿਰਪੱਖ ਹੋਣ ਜਿਹੜੀ ਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਹੜਾ ਪਰਮਵੀਰ ਕੇ ਪਰਮਪਾਲ ਜਿਹੜਾ ਪ੍ਰੋਫੈਸਰ ਆ ਉਹਨੇ ਤੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਮੈਂ ਹੁਣ ਢੱਡਰੀਆਂ ਨੂੰ ਠੋਕੂੰਗਾ ਟਿਕਾ ਕੇ। ਜਿਹੜੇ ਅਮਰਜੀਤ ਸਿੰਘ ਹੈਗੇ ਨੇ, ਇੱਕ ਜਿਹੜੇ ਗੋਗੋਆਣੀ ਹੈਗੇ ਨੇ, 3 ਬੰਦੇ ਤੇ ਜਿਹੜੇ ਨੇ ਇਹ ਬਿਲਕੁਲ ਢੱਡਰੀਆਂ ਵਾਲੇ ਦੇ ਖਿਲਾਫ। ਜਿਹੜੇ ਬਾਕੀ 2 ਨੇ, ਇੱਕ ਬੀਬੀ ਉਹਦੇ ਬਾਰੇ ਪਤਾ ਲੱਗਾ ਉਹ ਨਿਊਟਰਲ ਹੈ, ਤੇ ਇੱਕ 5ਵੇਂ ਬਾਰੇ ਮੈਨੂੰ ਜਾਣਕਾਰੀ ਨਹੀਂ ਜੀ। ਇਹ ਤੇ ਉਹਨਾਂ ਦਾ ਰੋਸ ਬਿਲਕੁਲ ਠੀਕ ਆ, ਲੇਕਿਨ ਮੈਂ ਇੰਨੀ ਗੱਲ ਕਹੂੰਗਾ ਵੀ ਇਹਦੇ ਵਿੱਚੋਂ ਕੀ ਕਰ ਸਕਣਗੇ ਜੇ ਭਾਈ ਸਾਹਿਬ ਤੁਸੀਂ ਵਾਕਈ ਕਿਤਾਬਾਂ 'ਚੋਂ ਪੜ੍ਹ ਕੇ ਦੱਸਦੇ ਰਹੋ, ਸੰਗਤਾਂ ਦਾ ਬਚਨ ਸਾਂਝੇ ਕਰਦੇ ਰਹੋ ਜੀ, ਕਿਉਂ ਨਹੀਂ ਉਹ ਕਿਤਾਬਾਂ ਤੁਸੀਂ ਪੇਸ਼ ਕਰਦੇ? ਜਦੋਂ ਉਹ ਕਮੇਟੀ ਤਿਆਰ ਆ ਵੀ ਜੇ ਭਾਈ ਸਾਹਿਬ ਸਾਨੂੰ ਕਹਿਣ ਤੇ ਅਸੀਂ ਆਪ ਜਾ ਕੇ ਉਹਨਾਂ ਦੇ ਡੇਰੇ ਜਾ ਕੇ ਪੁੱਛ ਪੜਤਾਲ ਕਰਨ ਨੂੰ ਤਿਆਰ ਆ, ਆਪ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਆ, ਫਿਰ ਕਿਉਂ ਅੱਗੇ ਲੱਗ ਕੇ ਭੱਜਣ ਦੀ ਗੱਲ ਆ? ਜੇ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਦੇ, ਤੁਸੀਂ ਇਹ ਗੱਲ ਕਹਿੰਦੇ ਹੋ ਵੀ ਮੇਰੀ ਜਿੰਨੀ ਵੀ ਜਾਇਦਾਦ ਉਹ ਮੇਰੇ ਨਾਂ ਤੇ ਨਹੀਂ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਆ। ਇੱਕ ਰੌਲਾ ਚੱਲਿਆ ਸੀ, ਸਰਕਾਰ ਨੇ ਕੀਤਾ ਸੀ ਵੀ 2 ਏਕੜ ਜ਼ਮੀਨ ਜਿਹੜੀ ਆ ਉਹ ਇਹਦੇ ਨਾਂ ਤੇ ਜਿਹੜੀ ਹੈ ਬਾਬੇ ਦੇ ਨਾਂ ਤੇ ਹੈਗੀ, ਢੱਡਰੀਆਂ ਵਾਲੇ ਦੇ। ਔਰ ਉਹਨੇ ਕਿਹਾ ਸੀ ਉੱਤੇ ਉਹਦੇ ਤੇ ਕਰਜ਼ਾ ਸੀ, ਕਰਜ਼ਾ ਜਿਹੜਾ ਮਿਲਦਾ ਵਾ ਉਹ ਗੁਰਦੁਆਰੇ ਦੀ ਜ਼ਮੀਨ ਤੇ ਨਹੀਂ ਮਿਲਦਾ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜ਼ਮੀਨ ਤੇ ਕਰਜ਼ਾ ਤੁਸੀਂ ਨਹੀਂ ਲੈ ਸਕਦੇ ਜੀ। ਜਿਸ ਕਰਕੇ ਉਹਨੇ ਕਿਹਾ ਜਿਸ ਦਿਨ ਉਹ ਕਰਜ਼ਾ ਲੱਥ ਗਿਆ ਉਹ ਜ਼ਮੀਨ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰ ਦਿੱਤੀ ਜਾਵੇਗੀ ਜੀ। ਤੇ ਇਸ ਕਰਕੇ ਮੈਂ ਸੋਚਦਾ ਭਾਈ ਢੱਡਰੀਆਂ ਵਾਲਿਆਂ ਨੂੰ ਥੋੜਾ ਜਿਹਾ ਲੀਨੀਅੰਸੀ ਤੋਂ ਕੰਮ ਲੈਣਾ ਚਾਹੀਏ। ਇਹ ਨਹੀਂ ਬਾਰ-ਬਾਰ ਕਹਿਣਾ ਜਿੱਦਾਂ ਮੈਂ ਨਹੀਂ ਪੇਸ਼ ਹੁੰਦਾ, ਮੈਨੂੰ ਛੇਕ ਦਿਓ। ਇੱਕ ਗੱਲ ਹੋਰ ਮੈਨੂੰ ਯਾਦ ਆ ਗਈ ਕਿ ਪਿੱਛੇ ਜਿਹੇ ਉਹਨਾਂ ਦਾ ਦੀਵਾਨ ਜਿਹੜਾ ਸੀਗਾ ਉਸ ਦੇ ਵਿੱਚ ਗਾਣਿਆਂ ਵਾਂਗੂ ਗਾਣੇ ਬਣਾ ਕੇ ਬੋਲਦੇ ਆ, 3-4 ਦੇ ਦਿਓ ਜਵਾਬ ਜਥੇਦਾਰ ਜੀ। ਜਿੱਦਾਂ ਆਮ ਕੋਈ ਗੱਲ ਚੱਲਦੀ ਆ ਤਾਂ ਉਸ ਨੂੰ ਲੈ ਕੇ ਗਾਣੇ ਬਣ ਜਾਂਦੇ ਆ, ਇਸ ਤਰੀਕੇ ਦੇ ਗਾਣੇ ਬੋਲ ਕੇ ਜਵਾਬ ਮੰਗਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਆ। ਮੈਂ ਤੁਹਾਡੇ ਨੂੰ ਇਹੀ ਗੱਲ ਕਰਨ ਲੱਗਾ ਨਾ ਜੀ, ਜਿਹੜੀ ਆਪਣੀ ਮਨਮਤ ਆ ਦੀਵਾਨ ਦੇ ਵਿੱਚ ਧਾਰਨਾਵਾਂ ਕਹਿੰਦੇ ਧਾਰਨਾਵਾਂ ਇਹ ਨਹੀਂ ਲਾਉਣੀਆਂ ਚਾਹੀਦੀਆਂ ਜੀ। ਉੱਥੇ ਧਾਰਨਾਵਾਂ ਨਹੀਂ ਲਾਉਣੀ ਚਾਹੀਦੀਆਂ। ਜਿਹੜੇ ਭਾਈ ਬਨਿੰਦਰ ਸਿੰਘ ਜੀ ਜੋ ਫਤਿਹਗੜ੍ਹ ਸਾਹਿਬ ਤੋਂ ਦੀਵਾਨ ਹੁੰਦਾ ਬੰਦ ਕੀਤਾ ਸੀ, ਇਹੋ ਹੀ ਸੀ ਵੀ ਤੁਸੀਂ ਕਵਿਤਾ ਨਾ ਸੁਣਾਓ, ਤੁਸੀਂ ਗੁਰਬਾਣੀ ਦਾ ਕੀਰਤਨ ਕਰਨ ਵਾਸਤੇ ਗੁਰਬਾਣੀ ਦਾ ਕੀਰਤਨ ਕਰੋ। ਜੇ ਅੱਜ ਦੀ ਡੇਟ ਦੇ ਵਿੱਚ ਵੀ ਲੈ ਲਓ ਤੁਸੀਂ, ਮੰਜੀ ਸਾਹਿਬ ਤੋਂ ਜਿੰਨੇ ਵੀ ਕਥਾ ਕਰਨ ਵਾਲੇ ਬਹੁਤੇ ਜਿਹੜੇ ਉਹ ਧਾਰਨਾਵਾਂ ਲਾਉਂਦੇ ਨੇ, ਬਹੁਤੇ ਜਿਹੜੇ ਉਹ ਸਾਖੀਆਂ ਸੁਣਾਉਂਦੇ ਨੇ। ਇੱਕੋ ਹੀ ਨੇ ਗਿਆਨੀ ਮਾਨ ਸਿੰਘ ਜਿਹੜੇ ਹੈਡ ਗ੍ਰੰਥੀ ਨੇ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜਿਹੜੇ ਗ੍ਰੰਥੀ ਨੇ ਦਰਬਾਰ ਸਾਹਿਬ, ਉਹ ਨਰੋਲ ਬਾਣੀ ਦੀ ਜਿਹੜੀ ਉਹ ਵਿਆਖਿਆ ਕਰਦੇ ਉੱਥੇ। ਤੇ ਨਰੋਲ ਬਾਣੀ ਦੀ ਵਿਆਖਿਆ ਹੋਣੀ ਚਾਹੀਦੀ ਆ ਵੀ ਜੇ ਤੁਸੀਂ ਇਹ ਗੱਲ ਕਰਨੀ ਤਾਂ ਤੁਹਾਡੇ ਕੋਲ ਹੋਰ ਬੜੇ ਮਨ 'ਚ ਹੈਗੇ ਗੱਲ ਕਰਨ ਵਾਸਤੇ, ਤੁਸੀਂ TV ਬੁਲਾ ਕੇ ਗੱਲ ਕਰ ਸਕਦੇ ਹੋ ਵੀ ਅਸੀਂ ਆਹ ਗੱਲ ਕਹਿ ਰਹੇ ਜਥੇਦਾਰ ਸਾਹਿਬ ਨੂੰ ਜੀ। ਲੇਕਿਨ ਜਥੇਦਾਰ ਸਾਹਿਬ ਦੀ ਲੀਨੀਅੰਸੀ ਆ ਵੀ ਉਹਨਾਂ ਨੇ ਬੜਾ ਹੀ ਲੀਨੀਅੰਟ ਵਿਊ ਅਖਤਿਆਰ ਕੀਤਾ ਵਾ ਭਾਈ ਢੱਡਰੀਆਂ ਵਾਲੇ ਦੇ ਪ੍ਰਤੀ। ਜੇ ਗਿਆਨੀ ਗੁਰਬਚਨ ਸਿੰਘ ਹੁੰਦੇ ਤੇ ਹੁਣ ਨੂੰ ਕਿਤੇ ਦੀ ਕਿਤੇ ਗੱਲ ਹੀ ਗਈ ਹੁੰਦੀ ਜੀ। ਲੇਕਿਨ ਮੈਂ ਇਹ ਵੀ ਗੱਲ ਕਹਿ ਦੂੰਗਾ, ਢੱਡਰੀਆਂ ਵਾਲੇ ਇਹ ਗੱਲ ਕਹੀ ਤੇ ਸਾਨੂੰ ਛੇਕ ਦਿਓ। ਜੇ ਛੇਕ ਦਿੱਤਾ ਗਿਆ ਤੇ ਫਿਰ ਵਿਰੋਧ ਕਰਨ ਵਾਸਤੇ ਜਿਹੜੇ ਵਿਰੋਧੀ ਆ ਉਹਨਾਂ ਨੂੰ ਇੱਕ ਲਾਇਸੈਂਸ ਮਿਲ ਜੂਗਾ ਵੀ ਲਓ ਜੀ ਇਹਨੂੰ ਪੰਥ ਛੇਕਿਆ ਵੀ ਕਿਵੇਂ ਇੱਥੇ ਧਾਰਮਿਕ ਸਮਾਗਮ ਕਰ ਸਕਦੇ ਆ ਜੀ। ਇਸ ਕਰਕੇ ਉਹਨਾਂ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ, ਸਗੋਂ ਆਪਣਾ ਵੱਧ ਚੜ ਕੇ ਆਪਣਾ ਜਵਾਬ ਦੇਣਾ ਚਾਹੀਦਾ ਵੀ ਵੇਖੋ ਮੈਂ ਆਹ ਜਿਹੜੇ ਕਿਤਾਬ ਪੜ੍ਹੀ ਸੀ, ਆਹ ਕਿਤਾਬ 'ਚ ਲਿਖਿਆ, ਇਹ ਵਾਕਿਆ ਲਿਖਿਆ ਵਾ ਜੋ ਉਹਨਾਂ ਕਿਹਾ ਉਹ ਭਾਈ ਸੰਤੋਖ ਸਿੰਘ ਦੀ ਕਿਤਾਬ 'ਚ ਲਿਖਿਆ, ਜਿਹੜੀ ਕਿਤਾਬ ਛਾਪੀ ਹੈ। ਤੇ ਇਹ ਮੈਂ ਸੋਚਦਾ ਵੀ ਭਾਈ ਢੱਡਰੀਆਂ ਨੂੰ ਜਿੱਦ ਕਰਨ ਦੀ ਬਜਾਏ ਜਿਹੜਾ ਵਾ ਨਾ ਆਪਣਾ ਪੱਖ ਜ਼ਰੂਰ ਪੇਸ਼ ਕਰਨਾ ਚਾਹੀਦਾ। ਜੇ ਆਪ ਪੱਖ ਨਹੀਂ ਪੇਸ਼ ਕਰਨਾ, ਆਪਣੀ ਕਮੇਟੀ ਭੇਜ ਦਿਓ ਤੁਸੀਂ ਬਣਾ ਕੇ, ਉਹ ਦੱਸ ਦੇਵੇ ਵੀ ਭਾਈ ਸਾਹਿਬ ਨੇ ਆਹ ਜਿਹੜਾ ਸੀ ਇੱਥੋਂ ਪੜ੍ਹਿਆ ਹੈਗਾ, ਜੇ ਲੋੜ ਪਊ ਤੁਹਾਡੇ ਨਾਲ ਗੱਲ ਕਰ ਲੈਣਗੇ ਉਹ। ਹੁਣ ਵੀ ਕਮੇਟੀ ਨੇ ਲੀਨੀਅਰ ਜਿਹੜਾ ਵਿਊ ਜਿਹੜਾ ਅਖਤਿਆਰ ਕਰਦੇ ਆ ਉਹਨਾਂ ਜਿਹੜਾ ਵਾ, ਉਹਨਾਂ ਨੇ ਕਹਿ ਦਿੱਤਾ ਵੀ 1 ਮਹੀਨੇ ਦਾ ਸਮਾਂ ਨੂੰ ਹੋਰ ਦਿੱਤਾ ਜਾਂਦਾ ਵੀ ਉਹ ਸਾਨੂੰ ਜਿੱਥੇ ਵੀ ਕਹਿਣਗੇ ਅਸੀਂ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਤੇ ਜੇ ਹੁਣ ਵੀ ਉਹ ਨਾ ਇਸ ਗੱਲ ਨੂੰ ਮੰਨੇ ਤੇ ਫਿਰ ਅਕਾਲ ਤਖਤ ਤੇ ਫਿਰ ਉਹਦੀ ਲਾਇਸੈਂਸ ਦੇਣ ਲਈ ਜਿਹੜਾ ਉਹ ਆਪਣੀ ਆਖਰੀ ਜਿਹੜੀ ਆ ਉਹ ਹੁਕਮ ਸੁਣਾਏਗਾ ਜੀ। ਭੱਟੀ ਸਾਹਿਬ, ਦੂਸਰੀ ਗੱਲ ਮੈਂ ਕਰਾਂ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 23 ਫਰਵਰੀ ਨੂੰ ਪ੍ਰਧਾਨਗੀ ਤੋਂ ਫਾਰਗ ਕੀਤਾ ਜਾ ਰਿਹਾ ਆ, ਇਹ ਚਰਚਾ ਆ, ਤੁਸੀਂ ਕੀ ਕਹਿਣਾ ਚਾਹੋਗੇ? ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਸਪੀਚ ਕੀਤੀ ਹੈ ਜੀ ਆਪਣੀ, ਮੈਂ 31 ਮਿੰਟ ਦੀ ਸਪੀਚ ਆ, ਜਿਹਦੇ ਵਿੱਚੋਂ 25 ਮਿੰਟ ਉਹਨਾਂ ਨੇ ਢੀਂਡਸਿਆਂ ਤੇ ਲਾਏ ਨੇ। ਢੀਂਡਸਿਆਂ ਨੂੰ ਰੱਜ ਕੇ ਗਾਲਾਂ ਕੱਢੀਆਂ ਉਹਨਾਂ ਨੇ ਜੀ। ਕੱਲ ਤੱਕ ਜੇ ਤੁਸੀਂ ਕਹਿੰਦੇ ਮੈਂ ਢੀਂਡਸਾ ਸਾਹਿਬ ਦੇ ਪੈਰੀਂ ਹੱਥ ਲਾਉਂਦਾ ਸਾਂ, ਮੈਂ ਨਹੀਂ ਮੰਨਦਾ ਇਸ ਗੱਲ ਨੂੰ ਜੀ। ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਨਵੇਂ ਪ੍ਰਧਾਨ ਬਣੇ ਸੀ ਤੇ ਜਿਹੜੇ ਨਿਰਮਲ ਸਿੰਘ ਕਾਹਲੋਂ ਜੀ ਅਕਾਲੀ ਲੀਡਰ ਨੇ ਜੀ, ਉਹਨਾਂ ਨੇ ਇੱਕ ਵਾਰੀ ਕਹਿ ਦਿੱਤਾ ਸੀ ਇਹਨਾਂ ਨੂੰ ਕਹਿ ਦਿੱਤਾ ਸੀ ਆਪਣੇ ਸੁਖਬੀਰ ਬਾਦਲ ਨੂੰ ਕਾਕਾ ਜੀ, ਤਾਂ ਉਹਨੇ ਕਦੀ ਵੱਟ ਕਾਕਾ ਜੀ, ਮੈਂ ਸ਼੍ਰੋਮਣੀ ਅਕਾਲੀ ਦਾ ਪ੍ਰਧਾਨ ਆ, ਕਾਕਾ ਜੀ ਨਹੀਂ। ਮਤਲਬ ਇੱਕ ਚੰਗੇ ਭਲੇ ਬੰਦੇ ਦੀ, ਆਪਣੇ ਪਿਓ ਦੀ ਉਮਰ ਦੇ ਬੰਦੇ ਦੀ ਬੇਇੱਜ਼ਤੀ ਕਰਕੇ ਰੱਖਤੀ ਸੀ। ਇਸ ਮੈਂ ਨਹੀਂ ਸੋਚਦਾ ਵੀ ਉਹਨਾਂ ਦੇ ਪੈਰੀਂ ਹੱਥ ਲਾਉਂਦਾ ਹੋਊਗਾ ਜੀ।
ਜੇ ਉਹ ਕਹਿੰਦਾ ਤੇ ਅਸੀਂ ਮੰਨ ਲੈਂਦੇ ਹਾਂ, ਲੇਕਿਨ ਜੇ ਤੁਸੀਂ ਪੈਰੀ ਹੱਥ ਲਾਉਂਦੇ ਆ ਤੇ ਉਹ ਇੱਕ ਗੱਲ ਨੇ ਵੀ ਉਹੀ ਗੱਲ ਕਰਨੀ ਸੀ, 2 ਨਵੇਂ ਕਰਨੀ ਸੀ, 3 ਨਵੇਂ ਕਰਨੀ, ਤੁਸੀਂ ਕੱਢਣ ਨਹੀਂ ਕੱਢ ਦਿੱਤਾ ਉਹਨਾਂ ਨੂੰ। ਤੁਹਾਨੂੰ ਯਾਦ ਹੋਏਗਾ ਆਪਾਂ ਇਸੇ ਚੈਨਲ ਤੇ ਕਿਹਾ ਸੀਗਾ ਵੀ ਇਹਨਾਂ ਨੂੰ ਕੋਰ ਕਮੇਟੀ 'ਚ ਕੱਢ ਦਿੱਤਾ ਜਾਵੇਗਾ, ਲੇਕਿਨ ਇਹ ਆ ਵੀ ਕੋਰ ਕਮੇਟੀ 'ਚ ਪਹਿਲਾਂ ਨਹੀਂ ਕੱਢਿਆ ਤੇ ਇਹਨਾਂ ਨੇ ਆਪਣੀ ਆ ਜਿਹੜੀ ਉੱਥੇ ਰੈਲੀ ਕਰਕੇ ਉਸ ਤੋਂ ਬਾਹਰ ਕੱਢ ਦਿੱਤਾ ਵਾ। ਤੇ ਗੱਲ ਤੇ ਉਹੀ ਹੋਈ, ਲੇਕਿਨ ਇੰਨੀ ਜਲਦੀ 'ਚ ਫੈਸਲੇ ਲੈਣੇ। ਜਦੋਂ ਪਰਮਿੰਦਰ ਸਿੰਘ ਢੀਂਡਸਾ ਨੇ ਆਪਣਾ ਅਸਤੀਫਾ ਦਿੱਤਾ ਵਾ ਵਿਧਾਨ ਸਭਾ ਦੇ ਜਿਹੜੀ ਪਾਰਟੀ ਲੀਡਰਸ਼ਿਪ ਤੋਂ ਜੀ, ਤੇ ਉਸ ਟਾਈਮ ਦੇ ਉੱਤੇ ਜਿਹੜਾ ਸੀ ਉਹਦੇ ਅਸਤੀਫਾ ਦੇਣ ਤੋਂ ਬਾਅਦ ਇਮੀਡੀਏਟਲੀ ਸ਼ਰਨਜੀਤ ਸਿੰਘ ਢਿੱਲੋਂ ਨੂੰ ਬਣਾ ਦਿੱਤਾ ਗਿਆ ਜੀ। ਕੋਈ ਮੀਟਿੰਗ ਨਹੀਂ, ਕੋਈ ਸਲਾਹ ਨਹੀਂ, ਕੋਈ ਮਸ਼ਵਰਾ ਨਹੀਂ, ਤਾਂ ਮਤਲਬ ਪਹਿਲਾਂ ਸਾਰੀਆਂ ਤਿਆਰੀਆਂ ਸੀਗੀਆਂ ਜੀ। ਜੇ ਹੁਣ ਤੁਸੀਂ ਰੈਲੀ ਕੀਤੀ, ਉੱਥੇ ਮਤਾ ਪਾਸ ਕੀਤਾ ਤੇ ਮਤੇ ਨੂੰ ਪ੍ਰਵਾਨਗੀ ਦੇਣ ਵਾਸਤੇ 4 ਦਿਨ ਵੀ ਡਿੱਕਿਆ ਤੁਸੀਂ ਜੀ, ਅਗਲੇ ਦਿਨ ਹੀ ਮੀਟਿੰਗ ਕਰਕੇ ਤਾਂ ਤੁਸੀਂ ਢੀਂਡਸਾ ਸਾਹਿਬ ਨੂੰ ਜਿਹੜਾ ਸੀ ਦੋਵਾਂ ਪਿਓ ਪੁੱਤਾਂ ਨੂੰ ਕੱਢ ਦਿੱਤਾ ਜੀ। ਹੁਣ ਇਹ ਰੈਲੀਆਂ ਦਾ ਸਿਸਟਮ ਸ਼ੁਰੂ ਹੋ ਗਿਆ ਜੀ, ਇਹਨਾਂ ਨੇ ਕਰਨੀਆਂ ਹੋਲੀ ਤੱਕ, ਤੇ ਉਹਨਾਂ ਨੇ ਵੀ 21 ਫਰਵਰੀ ਤੋਂ ਸ਼ੁਰੂ ਕਰ ਦੇਣੀਆਂ, ਕਿਉਂਕਿ ਕੱਲ ਸ਼ੇਖਵਾ ਸਾਹਿਬ ਨੇ ਕਹਿਤਾ ਵੀ 21 ਫਰਵਰੀ ਨੂੰ ਪਹਿਲੀ ਰੈਲੀ ਅਸੀਂ ਤਰਨਤਾਰਨ 'ਚ ਕਰਾਂਗੇ ਜੀ। ਉਹ ਵੀ ਰੈਲੀਆਂ ਕਰਨਗੇ। ਲੜਾਈ ਤੇ ਹੈਗੀ ਸੀ ਕਾਂਗਰਸ ਦੇ ਨਾਲ ਜਾਂ ਭਾਜਪਾ ਨਾਲ, ਤੇ ਅੱਜ ਲੜਾਈ ਆਪਸ ਵਿੱਚ ਅਕਾਲੀ ਦਲ ਲੜੀ ਜਾਣ ਡਿਆ ਵਾ ਜੀ। ਉਹਦੇ ਵਿੱਚ 23 ਤਰੀਕ ਨੂੰ ਸੰਗਰੂਰ ਦੇ ਵਿੱਚ ਇੱਕ ਰੈਲੀ ਵੱਡੀ ਕੀਤੀ ਜਾ ਰਹੀ ਆ। ਉਸ ਰੈਲੀ ਜਿਹੜੀ ਆ ਉਹ ਇਹਨਾਂ ਨੂੰ ਵੱਡੀ ਹੋਏਗੀ ਜਿਹੜੀ ਬਾਦਲਾਂ ਨੇ ਕੀਤੀ ਆ ਜੀ। ਜਦੋਂ ਉਹ ਵੱਡੀ ਰੈਲੀ ਕਰਨਗੇ ਤਾਂ ਉਸ ਰੈਲੀ ਦੇ ਵਿੱਚ ਇੱਕ ਮਤਾ ਲਿਆਂਦਾ ਜਾਵੇ ਕਿ ਸੁਖਬੀਰ ਸਿੰਘ ਬਾਦਲ ਨੂੰ ਅੱਜ ਇਸ ਸਟੇਜ ਤੋਂ ਜਿਹੜਾ ਵਾ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਤੇ ਅਕਾਲੀ ਦਲ 'ਚੋਂ ਕੱਢਿਆ ਜਾਂਦਾ ਵਾ ਜੀ। ਤੇ ਉਹਨੂੰ ਫਿਰ ਜਕਾਰਿਆਂ ਦੀ ਗੂੰਜ ਪ੍ਰਵਾਨਗੀ ਦੇ ਕੇ ਤੇ ਐਲਾਨ ਕੀਤਾ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਨੂੰ ਕੱਢ ਦਿੱਤਾ ਗਿਆ ਵਾ। ਉਹ ਚਰਚਾ ਦਾ ਵਿਸ਼ਾ ਬਣੇਗੇ, ਇਹ ਆਪਣਾ ਸਪਸ਼ਟੀਕਰਨ ਦੇਣਗੇ, ਉਹ ਆਪਣੀ ਗੱਲ ਕਰਨਗੇ, ਆਪਸ ਵਿੱਚ ਉਲਝੇ ਰਹਿਣਗੇ ਜੀ। ਇਹਨਾਂ ਦੀ ਲੜਾਈ ਦਾ ਜਿਵੇਂ 2 ਬਿੱਲੀਆਂ ਦੀ ਲੜਾਈ ਦਾ ਜਿਹੜਾ ਬਾਂਦਰ ਫਾਇਦਾ ਉਠਾ ਜੂਗਾ, ਤੀਜਾ ਧਿਰ ਕੋਈ ਫਾਇਦਾ ਉਠਾਉਣ ਵਾਸਤੇ ਤਿਆਰ ਬੈਠੀ ਆ। ਇਸੇ ਕਰਕੇ ਉਹ ਕਹਿੰਦੇ ਸਾਡੀ ਤਾਂ ਅਗਲੀ ਸਰਕਾਰ ਫਿਰ ਕਾਇਮ ਆ, ਸਾਨੂੰ ਕੀ ਲੋੜ ਇੱਥੇ ਕੋਈ ਕੰਮ ਕਰਨ ਦੀ, ਸਾਨੂੰ ਕੀ ਲੋੜ ਕਿਸੇ ਦੀ ਗੱਲ ਸੁਣਨ ਦੀ। ਜਿਹੜੇ ਵਿਰੋਧੀ ਸਾਡੇ ਮੇਨ ਵਿਰੋਧੀ ਸੀ ਉਹ ਤੇ ਆਪਸ ਵਿੱਚ ਉਲਝੇ ਪਏ ਆ। ਤੇ ਇਸ ਵੇਲੇ ਤੀਸਰੀ ਧਿਰ ਦੀ ਸਟੇਟ ਨੂੰ ਲੋੜ ਆ। ਸੁਖਬੀਰ ਸਿੰਘ ਬਾਦਲ ਨੂੰ ਜੇ ਕੱਢ ਦਿੱਤਾ ਗਿਆ ਤੇ ਇਹ ਭੰਬਲ ਭੂਸਾ ਜਿਹੜਾ ਉਹਨਾਂ ਕੋਲੋਂ ਸਾਂਭਿਆ ਨਹੀਂ ਜਾਣਾ ਮੁੜ ਕੇ ਵੀ ਕਿਵੇਂ ਸਾਂਭਣਾ ਵਾ। ਤੇ ਸੁਖਬੀਰ ਸਿੰਘ ਦੀ ਬਰਖਾਸਤੀ ਜਿਹੜੀ ਆ ਉਹ ਕਈ ਪ੍ਰਕਾਰ ਦੇ ਸਵਾਲ ਪੈਦਾ ਕਰੇਗੀ ਜੀ। ਪੱਟੀ ਸਾਹਿਬ, ਦੂਸਰੀ ਗੱਲ ਜੇ ਟਕਸਾਲੀਆਂ ਦੀ ਕਰ ਲਈਏ ਜਾਂ ਜਿਹੜੇ ਵੀ ਢੀਂਡਸਾ ਸਾਹਿਬ ਨੇ ਉਹਨਾਂ ਦੀ ਗੱਲ ਕਰ ਲਈਏ, ਤਾਂ ਉਹ ਵੀ ਬੀਜੇਪੀ ਨੂੰ ਖੁਸ਼ ਕਰਨ ਦੇ ਵਿੱਚ ਜ਼ਿਆਦਾ ਲੱਗ ਰਿਹਾ। ਕੋਈ ਲੋਕਾਂ ਦਾ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਕਹਿਣਾ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਖਾਕੀ ਨਿੱਕਰ ਤਾਂ ਜ਼ਰੂਰ ਪਾਈ ਸੀ, ਪਰ ਪਜਾਮੇ ਦੇ ਹੇਠੋਂ ਦੀ ਪਾਈ ਸੀ, ਇਹਨਾਂ ਨੇ ਤਾਂ ਉੱਤੋਂ ਦੀ ਪਾ ਲਈ ਹੈ। ਜਿੱਥੋਂ ਤੱਕ ਅਸੀਂ ਟਕਸਾਲੀਆਂ ਦੀ ਗੱਲ ਕਰਦੇ ਹਾਂ, ਟਕਸਾਲੀਆਂ ਨੇ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਸੀ ਬੀਜੇਪੀ ਦੀ ਸਪੋਰਟ ਤੇ, ਦਿਖਾ ਜੋ ਕੀਤਾ ਤੇ। ਹਾਂ, ਢੀਂਡਸਾ ਸਾਹਿਬ ਦੀ ਇੱਕ ਮਜਬੂਰੀ ਸੀ ਜਾਂ ਐਲਾਨ ਉਹਨਾਂ ਨੇ ਨਹੀਂ ਕੀਤਾ। ਮਨਜੀਤ ਸਿੰਘ ਜੀਕੇ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਵੀ ਅਸੀਂ ਆਹ ਮੰਗਾਂ ਰੱਖੀਆਂ ਨੇ ਭਾਜਪਾ ਦੇ ਲੀਡਰ ਅੱਗੇ, ਨੱਡਾ ਸਾਹਿਬ ਵੱਲੇ ਅੱਗੇ। ਉਹਨਾਂ ਨੇ ਕਿਹਾ ਵੀ ਸਾਡੀ ਦਿੱਲੀ ਸਰਕਾਰ ਬਣਦੀ ਤੇ ਇਹਨਾਂ ਮੰਗਾਂ ਨੂੰ ਪ੍ਰਵਾਨ ਕਰ ਲਿਆ ਜਾਊਗਾ, ਤੇ ਇਸ ਕਰਕੇ ਅਸੀਂ ਸਪੋਰਟ ਬੀਜੇਪੀ ਦੀ ਕਰ ਰਹੇ ਹਾਂ। ਔਰ ਜਿਹੜੇ ਅਕਾਲੀ ਦਲ ਬਾਦਲ ਸੀਗਾ ਉਹਨਾਂ ਦੇ ਪਹਿਲਾਂ ਬੜਾ ਕੁਝ ਕਿਹਾ ਸੀ, ਮੁੜ ਕੇ ਬਿਨਾਂ ਸ਼ਰਤ ਸਪੋਰਟ ਕਰ ਦਿੱਤੀ ਵੀ ਅਸੀਂ ਬਿਨਾਂ ਸ਼ਰਤ ਸਪੋਰਟ ਕਰਦੇ। ਮਤਲਬ ਦੋਵਾਂ ਧਿਰਾਂ ਦੇ ਵਿੱਚ ਦੌੜ ਲੱਗੀ ਸੀ। ਉਹਦੇ ਨਾਲ ਜਿਹੜਾ ਸੀ ਮਸਾਲਾ ਲੱਗ ਗਿਆ ਆਪਣੇ ਨੂੰ ਸਰਨਿਆਂ ਨੂੰ ਵੀ ਜੀ। ਸਰਨਿਆਂ ਨੇ ਕੱਲ ਫਿਰ ਪ੍ਰੈਸ ਕਰਕੇ ਸਪਸ਼ਟ ਕੀਤਾ ਵੀ 2 ਸੀਟਾਂ ਦੇ ਉੱਤੇ ਅਸੀਂ ਸਿਰਫ ਤੇ ਸਿਰਫ ਕਾਂਗਰਸ ਦੀ ਸਪੋਰਟ ਕਰਾਂਗੇ। ਇੱਕ ਅਮਰਿੰਦਰ ਸਿੰਘ ਲਵਲੀ, ਇੱਕ ਸ਼ਾਇਦ ਗੁਰਨਾਮ ਸਿੰਘ ਹੈ ਕੀ ਨਾਂ ਦਾ। ਇਹ 2 ਸੀਟਾਂ ਤੇ ਕਾਂਗਰਸ ਸਪੋਰਟ ਕਰਾਂਗੇ, ਬਾਕੀ ਸੀਟਾਂ ਤੇ ਅਸੀਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਾਂਗੇ। ਅਸੀਂ ਉਸ ਪਾਰਟੀ ਨਹੀਂ ਚੱਲ ਸਕਦੇ ਜਿਹਦਾ ਬਾਦਲ ਅਕਾਲੀ ਦਲ ਨਾਲ ਅਲਾਇੰਸ ਹੈਗਾ ਜੀ। ਔਰ ਤੁਹਾਨੂੰ ਇਹ ਵੀ ਦੱਸ ਦਿਆਂ, ਇਸ ਤੋਂ ਪਹਿਲਾਂ ਜੇਪੀ ਨੱਡਾ ਜਿਹੜੇ ਪ੍ਰਧਾਨ ਨੇ ਬੀਜੇਪੀ ਦੀ, ਉਹਨਾਂ ਨਾਲ ਹਰਵਿੰਦਰ ਸਿੰਘ ਸਰਨਾ ਦੀ ਗੱਲਬਾਤ ਵੀ ਹੋਈ ਜੀ। ਜਗਜੀਤ ਸਿੰਘ ਪੁਰੀ ਲੈ ਕੇ ਗਏ ਉਹਨਾਂ ਕੋਲੇ ਜੀ, ਤੇ ਉਹਨਾਂ ਨੇ ਉੱਥੇ ਵੀ ਸਪਸ਼ਟ ਕਰ ਦਿੱਤਾ ਵੀ ਸਾਡੀਆਂ 2-3 ਮਜਬੂਰੀਆਂ ਨੇ। ਇੱਕ ਮਜਬੂਰੀ ਤੇ ਇਹ ਆ ਵੀ ਜਿਹੜੇ ਤੁਸੀਂ ਬਾਰ-ਬਾਰ ਕਹਿ ਰਹੇ ਹੋ ਸਿੱਖ ਹਿੰਦੂ ਆ, ਅਸੀਂ ਉਹ ਮੰਨਣ ਲਈ ਤਿਆਰ ਨਹੀਂ। ਦੂਸਰਾ, ਅਸੀਂ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਾਂ ਵੀ ਜਿਸ ਪਾਰਟੀ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਪਾਰਟੀ ਹੋਊਗੀ, ਸ਼੍ਰੋਮਣੀ ਅਕਾਲੀ ਦਲ ਬਾਦਲ ਹੋਊਗਾ, ਅਸੀਂ ਉਹਦੀ ਸਪੋਰਟ ਨਹੀਂ ਕਰ ਸਕਦੇ ਜੀ। ਇਹ ਪਹਿਲਾਂ ਕਹਿ ਸੀ, ਲੇਕਿਨ ਅਖਬਾਰਾਂ ਦੇ ਵਿੱਚ ਕੁਝ ਵੈਬ ਚੈਨਲਾਂ ਤੇ ਟੀਵੀ ਚੈਨਲਾਂ ਤੇ ਆਉਣ ਤੇ ਵੀ ਸਰ ਨੇ ਵੀ ਜਿਹੜੇ ਸੀ ਬੀਜੇਪੀ ਦੀ ਜਾ ਕੇ ਜਿਹੜੀ ਸੀ ਪੈਰੀ ਡਿੱਗ ਪਏ, ਉਹਨਾਂ ਨੂੰ ਕੱਲ ਫਿਰ ਸਪਸ਼ਟ ਕਰਨਾ ਪਿਆ ਵੀ ਭਾਈ ਅਸੀਂ ਪੈਰੀ ਕਿਸੇ ਦਿਨ ਡਿੱਗੇ, ਅਸੀਂ ਸਿਧਾਂਤ ਤੇ ਖੜੇ ਹਾਂ, ਜਿਹੜੀਆਂ ਸਿੱਖਾਂ ਦੀਆਂ ਮੰਗਾਂ ਉਹਦੇ ਤੇ ਖੜੇ ਹਾਂ। ਅਸੀਂ ਕਹਿੰਦੇ ਵੀ ਦੋ ਜਿਹੜੀਆਂ ਸੀਟਾਂ ਜਿੱਥੇ ਸਾਡਾ ਮਤਲਬ ਵੀ ਇੱਥੇ ਸਿੱਖ ਜਿੱਤਣ, 2 ਸਿੱਖ ਉਮੀਦਵਾਰ ਜਿਹੜੇ ਕਾਂਗਰਸ ਦੇ ਉਹਨਾਂ ਦੀ ਸਪੋਰਟ ਕੀਤੀ ਹੈ, ਤੇ ਬਾਕੀ ਉਹਨਾਂ ਕਿਹਾ ਅਸੀਂ ਸਾਡੀ ਇੱਥੇ ਜਿਹੜੀ ਸਪੋਰਟ ਹੋਊਗੀ ਉਹ ਆਮ ਆਦਮੀ ਦੇ ਉਮੀਦਵਾਰ ਨੂੰ ਸਪੋਰਟ ਹੋਏਗੀ। ਇਸ ਕਰਕੇ ਆਪਾਂ ਸਾਰਿਆਂ ਨੂੰ ਨਹੀਂ ਰੱਖ ਸਕਦੇ। ਨਾ ਟਕਸਾਲੀਆਂ ਨੇ ਐਲਾਨ ਕੀਤਾ ਵਾ, ਨਾ ਢੀਂਡਸਾ ਸਾਹਿਬ ਨੇ ਸਿੱਧਾ ਅੱਜ ਤੱਕ ਐਲਾਨ ਕੀਤਾ ਕੋਈ। ਲੇਕਿਨ ਮਨਜੀਤ ਸਿੰਘ ਜੀਕੇ
ਤੇ ਜਿਹੜਾ ਮਨਜਿੰਦਰ ਸਿੰਘ ਸਰਸਾ ਜਿਹੜੀ ਅਕਾਲੀ ਦਲ ਬਾਦਲ ਉਹਨਾਂ ਬਿਨਾਂ ਜ਼ਰੂਰ ਸਪੋਰਟ ਦਿੱਤੀ ਆ ਜੀ ਉਹਦਾ ਕਾਰਨ ਇਹ ਆ ਵੀ ਜਿਹੜੇ ਦਿੱਲੀ ਦੇ ਸਿੱਖ ਆ ਉਹ ਵਪਾਰੀ ਸਿੱਖ ਨੇ ਉਹਨਾਂ ਦੀਆਂ ਆਪਣੀਆਂ ਕੁਝ ਮਜਬੂਰੀਆਂ ਨੇ ਜਿਹਦੇ ਕਰਕੇ ਉਹਨਾਂ ਨੂੰ ਸਪੋਰਟ ਕਰਨੀ ਉਹਨਾਂ ਲਈ ਕੁਝ ਜਿਹੜੀ ਉਹ ਜ਼ਰੂਰੀ ਹੋ ਜਾਂਦੀ ਹੈ। ਬਿਲਕੁਲ। ਸੋ ਅੱਜ ਸੁਖਦੇਵ ਸਿੰਘ ਢੀਂਡਸਾ ਨੇ ਵੀ ਕਿਹਾ ਹੈ ਕਿ ਅਸੀਂ ਇਲੈਕਸ਼ਨ ਜਿਹੜੀ ਆ ਉਹ ਅਗਲੀ ਜਿਹੜੀ ਲੜਨੀ ਆ ਉਸ ਦੇ ਵਿੱਚ ਅਜੇ 2 ਸਾਲ ਦਾ ਸਮਾਂ ਜਿਹੜਾ ਹੈਗਾ ਆ। ਬੀਜੇਪੀ ਦੇ ਨਾਲ ਜੇ ਉਹ ਕਹੇਂਗੇ ਤਾਂ ਅਸੀਂ ਜ਼ਰੂਰ ਉਹਨਾਂ ਦੇ ਭਾਈਵਾਲ ਬਣ ਸਕਦੇ ਹਾਂ। ਇਸ ਦੇ ਨਾਲ ਪੱਟੀ ਸਾਹਿਬ ਗੱਲ ਕਰੀਏ ਤਾਂ ਹਰਿਆਣਾ ਦੇ ਜੇਲ੍ਹ ਮੰਤਰੀ ਨੇ ਇੱਕ ਬਿਆਨ ਦਿੱਤਾ ਆ ਕਿ ਅਕਾਲੀਆਂ ਤੋਂ ਰਾਮ ਰਹੀਮ ਨੂੰ ਖਤਰਾ ਆ, ਉਹਨਾਂ ਦੀ ਜਾਨ ਨੂੰ, ਰਾਮ ਰਹੀਮ ਦੀ ਜਾਨ ਨੂੰ ਖਤਰਾ ਆ ਅਕਾਲੀਆਂ ਤੋਂ। ਸੋ ਇਸ ਬਿਆਨ ਨੂੰ ਲੈ ਕੇ ਕਾਫੀ ਚਰਚਾ ਜਿਹੜੀ ਆ ਉਹ ਛਿੜੀ ਹੋਈ ਆ ਕਿ ਕਿਸ ਤਰ੍ਹਾਂ ਦਾ ਖਤਰਾ ਇਹ ਸਪਸ਼ਟ ਕੀਤਾ ਜਾਵੇ। ਜਿਹੜੇ ਗੁਜਰਾਤ ਦੇ ਗਵਰਨਰ ਹਨ ਜੀ ਉੱਥੇ ਗਏ ਸੀ ਜੇਲ੍ਹ ਦੇ ਵਿੱਚ ਜੀ, ਉੱਥੇ ਨਿਰੀਖਣ ਕਰ ਸੁਨਾਰੀਆ ਜੇਲ੍ਹ ਦੇ ਵਿੱਚ। ਤੇ ਜਦੋਂ ਸਾਰੇ ਕੈਦੀਆਂ ਦਾ ਉਹਨਾਂ ਮੁਆਇਨਾ ਕੀਤਾ ਤਾਂ ਉਹਨਾਂ ਪੁੱਛਿਆ ਵੀ ਜਿਹੜੇ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਉਹ ਕਿੱਥੇ ਨੇ, ਉਹ ਨਹੀਂ ਦਿਖਾਈ ਦਿੱਤੇ। ਤੇ ਜੇਲ੍ਹ ਸੁਪਰਡੈਂਟ ਨੇ ਕਿਹਾ ਜੀ ਉਹਨਾਂ ਨੂੰ ਅਕਾਲੀਆਂ ਕੋਲੋਂ ਤੇ ਉਹਨਾਂ ਨੂੰ ਕੁਝ ਖਾੜਕੂ ਜਥੇਬੰਦੀਆਂ ਕੋਲੋਂ ਜਿਹੜਾ ਖਤਰਾ ਜਿਹਦੇ ਕਰਕੇ ਉਹਨਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਸਤੇ ਵੱਖਰਾ ਰੱਖਿਆ ਗਿਆ ਉਹਨਾਂ ਨੂੰ। ਜੇਲ੍ਹ ਮੰਤਰੀ ਦਾ ਬਿਆਨ। ਜੇਲ੍ਹ ਮੰਤਰੀ ਦਾ ਬਿਆਨ ਜੀ। ਜੇ ਜੇਲ੍ਹ ਮੰਤਰੀ ਇਹ ਗੱਲ ਕਹਿ ਰਿਹਾ ਵਾ ਤੇ ਇਹਦੇ ਵਿੱਚ ਅਕਾਲੀ ਕਿਹੜੇ ਆ ਕਿਹੜੇ ਨਹੀਂ। ਹੁਣ ਵਿਰਸਾ ਸਿੰਘ ਵਲਟੋਆ ਵਰਗਾ ਜੇ ਬੰਦਾ ਇੰਨੀ ਗੱਲ ਕਹਿੰਦਾ ਵੀ ਅਕਾਲੀ ਦਲ 500 ਦੇ ਪਤਾ ਨਹੀਂ ਕਿਹੜੇ ਨਹੀਂ, ਜਿਹੜੇ ਤਾਂ ਅਜੇ ਡਾਕਟਰ ਤ੍ਰੇਨ ਦੇ ਕੇਸ ਦੇ ਵਿੱਚ ਤਾਜੇ ਤੇ ਫਸੇ ਨੇ ਜੀ, ਜਿਨ੍ਹਾਂ ਤੇ ਦੋਸ਼ ਆ ਵੀ ਇਹਨਾਂ ਨੇ ਡਾਕਟਰ ਤ੍ਰੇਨ ਨੂੰ ਗੋਲੀਆਂ ਮਾਰ ਕੇ ਮਾਰਿਆ 1983 ਦੇ ਵਿੱਚ ਜੀ, ਜਿਹਦੇ ਵਿੱਚ 2 ਬੰਦੇ ਬਲਦੇਵ ਸਿੰਘ ਤੇ ਗੁਰਦੇਵ ਸਿੰਘ ਜਿਹੜੇ ਭਰਾ ਸੀ ਉਹ ਬਰੀ ਕੇਸ 'ਚ ਹੋ ਗਏ ਤੇ ਇਹ ਪੇਸ਼ ਹੀ ਨਹੀਂ ਹੋਏ। ਪਤਾ ਨਹੀਂ ਸਾਡੀਆਂ ਸਰਕਾਰਾਂ ਕਿੱਥੇ ਸੁੱਚੀਆਂ, ਸਾਡਾ ਕਾਨੂੰਨ ਇੱਥੇ ਸੁੱਤਾ ਵਾ ਵੀ ਅੱਜ ਤੱਕ ਇੱਕ ਬੰਦਾ ਪੇਸ਼ ਨਹੀਂ ਹੋਇਆ ਅਦਾਲਤ ਵਿੱਚ ਖਿਲਾਫ ਕੇਸ ਚੱਲਦਾ, ਸੰਗੀਨ ਕੇਸ ਆ। ਤੇ ਉਹ 2 ਵਾਰੀ ਐਮਐਲਏ ਵੀ ਬਣ ਗਿਆ, ਐਮਐਲਏ ਬਣ ਕੇ ਉਹ ਮੰਤਰੀ ਵੀ ਕੱਟ ਰਿਹਾ, ਪਾਰਲੀਮੈਂਟ ਸੈਕਟਰੀ ਵੀ ਬਣ ਗਿਆ, ਉਹ ਐਸਐਸ ਬੋਰਡ ਦਾ ਮੈਂਬਰ ਵੀ ਬਣ ਗਿਆ, ਸਭ ਕੁਝ ਬਣ ਕੇ ਸਾਰੀਆਂ ਸੱਤਾ ਦੇ ਸੁੱਖ ਭੋਗ ਕੇ ਅੱਜ ਤੁਸੀਂ ਕੇਸ ਕੱਢਣ ਦੇ ਹੋ। ਮੈਂ ਤਾਂ ਚਾਹੁੰਦਾ ਵੀ ਜਿਨ੍ਹਾਂ ਅਧਿਕਾਰੀਆਂ ਨਹੀਂ ਕਹਿੰਦੀ ਉਹਨਾਂ ਖਿਲਾਫ ਵੀ ਕੇਸ ਦਰਜ ਹੋਣਾ ਚਾਹੀਦਾ ਜੀ। ਇਸ ਕਰਕੇ ਜੇ ਕਿਤੇ ਵਿਰਸਾ ਸਿੰਘ ਵਲਟੋਆ ਇਹ ਗੱਲ ਕਹਿੰਦਾ ਤੇ ਫਿਰ ਸਪਸ਼ਟ ਆ ਵੀ ਉਹ ਕਿਹੜੇ ਪਾਸੇ ਇਸ਼ਾਰਾ ਕਰ ਰਹੇ, 5-7 ਅਕਾਲੀ ਦਲ ਪਤਾ ਨਹੀਂ ਕਿਹੜਾ ਹੈਗਾ, ਉਹਦਾ ਫਿਰ ਇਸ਼ਾਰਾ ਆਪ ਹੀ ਲੋਕ ਸਮਝਾਣੇ ਵੀ ਉਹ ਕੀ ਕਹਿ ਰਹੇ ਨੇ ਜੀ। ਭੱਟੀ ਸਾਹਿਬ ਅਗਲੀ ਗੱਲ ਕਰਾਂ ਅਨੰਦਪੁਰ ਸਾਹਿਬ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਸੰਗਤਾਂ ਜਦੋਂ ਉੱਥੇ ਜਾਂਦੀਆਂ ਨੇ ਕੜਾਹ ਪ੍ਰਸ਼ਾਦ ਕਰਵਾਇਆ ਜਾਂਦਾ ਆ, ਪੈਸੇ ਦਿੱਤੇ ਜਾਂਦੇ ਆ, ਰਸੀਦ ਇੱਕ ਕੱਟ ਕੇ ਬਕਾਇਦਾ ਦਿੱਤੀ ਜਾਂਦੀ ਆ, ਫਿਰ ਉਹ ਪਰਚੀ ਜਿਹੜੀ ਆ ਉਹ ਕੜਾਹ ਪ੍ਰਸ਼ਾਦ ਵਾਲੇ ਕਾਊਂਟਰ ਤੇ ਜਾ ਕੇ ਦਿੱਤੀ ਜਾਂਦੀ ਆ, ਫਿਰ ਉਹ ਇੱਕ ਡੂਨੇ ਦੇ ਵਿੱਚ ਕੜਾਹ ਪ੍ਰਸ਼ਾਦ ਜਿਹੜਾ ਉਹ ਪਾ ਕੇ ਦਿੰਦੇ ਆ। ਉੱਥੇ ਇਹ ਗੱਲ ਸਾਹਮਣੇ ਆਈ ਆ ਕਿ ਉੱਥੇ ਸੰਗਤ ਦੇ ਪੈਸੇ ਦਾ ਬੜਾ ਵੱਡਾ ਘੁਟਾਲਾ ਹੋਇਆ ਆ। ਜਿਹੜਾ ਉੱਥੇ ਵਿਅਕਤੀ ਸੀਗਾ ਜਿਸ ਦੀ ਜ਼ਿੰਮੇਵਾਰੀ ਸੀਗੀ ਇਹ ਪੈਸੇ ਜਿਹੜੇ ਉੱਥੋਂ ਸੰਗਤ ਜਿਹੜੀ ਜਮ੍ਹਾਂ ਕਰਾਉਂਦੀ ਆ ਕੜਾਹ ਪ੍ਰਸ਼ਾਦ ਵਾਸਤੇ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਜਿਹੜੇ ਜਮ੍ਹਾਂ ਹੁੰਦੇ ਉਹ ਪੈਸੇ ਨਹੀਂ ਜਮ੍ਹਾਂ ਕਰਵਾਏ ਗਏ। ਲਗਭਗ 4 ਲੱਖ ਰੁਪਇਆ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਉੱਥੇ ਕੜਾਹ ਪ੍ਰਸ਼ਾਦ ਦਾ ਆਪਣੇ ਕੋਲ ਰੱਖ ਲਿੱਤਾ ਗਿਆ ਆ। ਚਾਹੇ ਇਸ ਗੱਲ ਦੇ ਉੱਤੇ ਜਿਹੜੇ ਪੀਏ ਨੇ ਮਹਿੰਦਰ ਸਿੰਘ ਆਲੀ, ਜਿਹੜੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਪੀਏ ਨੇ, ਉਹਨਾਂ ਨੇ ਕਿਹਾ ਆ ਕਿ ਉਹਦੇ ਫੰਡ ਕੱਟ ਲਏ ਗਏ ਆ, ਉਹਦੇ ਵਿੱਚੋਂ ਪੈਸੇ ਜਿਹੜੇ ਉਹਨੇ ਜਿਹੜੇ ਆ ਖੁਰਦ-ਬੁਰਦ ਕੀਤੇ ਸੀਗੇ ਉਹ ਕੱਟ ਲਏ ਗਏ ਆ ਤੇ ਉਹ ਫਿਲਹਾਲ ਉਸਦੇ ਫੰਡ ਬਾਕੀ ਰੋਕੇ ਗਏ ਆ। ਸੋ ਅਜਿਹੀ ਗੱਲ ਐਡੀ ਵੱਡੀ ਸੰਸਥਾ ਜਿਹੜੀ ਚੱਲਦੀ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਇੰਨੇ ਮਹੀਨਿਆਂ ਤੋਂ ਪੈਸੇ ਜਮ੍ਹਾਂ ਹੀ ਨਹੀਂ ਕਰਵਾ ਰਿਹਾ। ਇੱਕ ਟੈਂਟ ਲਾਉਣ ਵਾਸਤੇ, ਇੱਕ ਪੰਡਾਲ ਬਣਾਉਣ ਵਾਸਤੇ ਜੇ ਤੁਸੀਂ 12 ਕਰੋੜ ਦੀ ਬਜਾਏ 15.5 ਕਰੋੜ ਰੁਪਇਆ ਪੇਮੈਂਟ ਕਰਨ ਦੀ ਸਿਫਾਰਿਸ਼ ਕਰ ਸਕਦੇ ਹੋ ਤੇ ਫਿਰ 2-4 ਲੱਖ ਰੁਪਇਆ ਐਸਜੀਪੀਸੀ ਘਪਲਾ ਹੋਣਾ ਕੀ ਕਹਿੰਦਾ ਉਹਨਾਂ ਨੂੰ। ਜੋ ਬੰਦੇ ਨੇ 4,70,00,000 ਦਾ ਘਪਲਾ ਕੀਤਾ ਹੋ ਰਿਹਾ, ਹੋ ਰਿਹਾ ਕਿੰਨੀ ਕਿ ਮਜਬੂਰੀ ਹੋਊਗੀ ਜੀ ਕਿ ਜਿਹਦੇ ਰਿਟਾਇਰਮੈਂਟ ਦੇ ਵਿੱਚ ਚੰਦ ਦਿਨ ਰਹਿੰਦੇ ਸੀਗੇ ਜੀ। ਇਸ ਮੌਕੇ ਜੇ ਉਹਨੇ ਇਹੋ ਜਿਹੀ ਗੱਲ ਕੀਤੀ ਤੇ ਵੇਖਿਆ ਜਾਣਾ ਚਾਹੀਦਾ ਵੀ ਉਹਦੀ ਮਜਬੂਰੀ ਕੀ ਸੀ। ਦੂਸਰੀ ਚੀਜ਼ ਜੀ, ਇਹ ਤੇ ਚਲੋ ਉਹਨੇ ਕੀਤਾ, ਅੰਮ੍ਰਿਤਸਰ ਦੇ ਵਿੱਚ ਵੀ ਅੱਜ ਤੋਂ 2-3 ਮਹੀਨੇ ਪਹਿਲਾਂ ਘਪਲਾ ਹੋਇਆ ਸੀ ਵੀ ਜਿਹੜੇ ਲੰਗਰ ਦੀਆਂ ਰਸੀਦਾਂ ਕੱਟੀਆਂ ਜਾਂਦੀਆਂ ਸੀ ਗੁਰਦੁਆਰਾ ਬਾਬਾ ਸ਼ਹੀਦ ਦੀਪ ਸਿੰਘ ਚਾਟੀਵਿੰਡ ਜੀ, ਉੱਥੇ ਇੱਕ ਮਨਵੀਰ ਸਿੰਘ ਨਾਂ ਦਾ ਹੈਗਾ ਸੀ, ਇਹਨਾਂ ਦਾ ਮੁਲਾਜ਼ਮ ਸੀਗਾ ਜੀ। ਉਹ ਮੁਲਾਜ਼ਮ ਨੇ ਕੀ ਕਰਨਾ ਵੀ ਰਸੀਦ ਜਿਹੜੀ ਸੀ ਪਿਛਲੇ ਪਾਸੇ ਵੀ ਕੱਢ ਦੇਣੀ ਤੇ ਅਗਲੇ ਪਾਸੇ ਕੱਢ ਦੇਣੀ, ਜਿਹੜੀ ਵੱਡੀ ਰਸੀਦ ਪਿੱਛੋਂ ਕੱਢ ਦੇਣੀ, ਤੇ ਜਦੋਂ ਤੁਸੀਂ ਚਾਰਜ ਦਿੱਤਾ ਆਪਣੇ ਕਿਸੇ ਦੂਸਰੇ ਨੂੰ ਤਾਂ ਰੂਟੀਨ 'ਚ ਰਸੀਦਾਂ ਵਿਖਾ ਦੇਣੀਆਂ ਵੀ ਆ ਇੰਨੇ ਪੈਸੇ ਜਮ੍ਹਾਂ ਕੀਤੇ, ਆਹ ਪੈਸੇ ਦੇ ਦਿੱਤੇ ਤੇ ਇਹ ਰਸੀਦਾਂ ਰਸੀਦਾਂ ਕੱਟੀਆਂ। ਬਾਅਦ 'ਚ ਜਦੋਂ ਪਰਦਾ ਫਾਸ਼ ਹੋਇਆ ਤੇ ਉਹ 2,70,00,000 ਦਾ ਘਪਲਾ ਸੀਗਾ ਜੀ। ਉਹ ਬੰਦਾ ਫਰਾਰ ਹੋ ਗਿਆ। ਫਰਾਰ ਹੋਣ ਤੋਂ ਬਾਅਦ ਫਿਰ ਸ਼੍ਰੋਮਣੀ ਕਮੇਟੀ ਨੇ ਦਬਾਅ ਪਾਇਆ ਤੇ ਦਬਾਅ ਪਾਉਣ ਤੋਂ ਬਾਅਦ ਉਹਦੇ ਪਰਿਵਾਰ ਨੇ ਪੈਸੇ ਜਮ੍ਹਾਂ ਕਰਾਤੇ, ਲੇਕਿਨ ਉਹ ਸਾਰੇ ਜਮ੍ਹਾਂ ਨਹੀਂ ਕਰਾਇਆ ਜੀ, ਕੁਝ ਪੈਸੇ ਬਾਕੀ ਹੈ, ਲੇਕਿਨ ਉਹ ਬੰਦਾ ਅਜੇ ਤੱਕ ਵੀ ਫਰਾਰ ਆ ਜੀ। ਸ਼੍ਰੋਮਣੀ ਕਮੇਟੀ ਕਿਉਂ ਨਹੀਂ ਇਹੋ ਜਿਹੇ ਚੋਰਾਂ ਦੇ ਖਿਲਾਫ ਜਿਹੜਾ ਵਾ ਉਹ ਪੁਲਿਸ ਕੇਸ ਦਰਜ ਕਰਾਉਂਦੀ ਜੀ?
ਕਿਉਂਕਿ ਕਿਤੇ ਨਾ ਕਿਤੇ ਇਹਨਾਂ ਦੇ ਵੱਡੇ ਅਧਿਕਾਰੀਆਂ ਦਾ ਮਗਰਲੇ ਪਾਸੇ ਹੱਥ ਹੁੰਦਾ, ਜਿਹਦੇ ਕਰਕੇ ਇਹੋ ਜਿਹੇ ਘਪਲੇ ਹੁੰਦੇ ਆ ਜੀ ਅੱਜ ਤੇ ਸਿਸਟਮ ਕੰਪਿਊਟਰਾਈਜ਼ ਆ ਗਿਆ। ਜੀ ਇਹ ਕਹਿੰਦੇ ਜੀ ਤੁਸੀਂ ਇੱਥੇ ਪੈਸੇ ਲਓ, ਰਸੀਦ ਕੱਟੀ, ਸਰਵਰ ਹੀ ਸਿੱਧਾ ਜਿਹੜਾ ਵਾ ਉਹਦੇ ਸਰਵਰ ਚੱਲ ਜਾਣਾ, ਮੁੜ ਕੇ ਤੁਸੀਂ ਫਿਰ ਨਹੀਂ ਕਰ ਸਕਦੇ। ਜੀ ਬਿਲਕੁਲ ਨਹੀਂ ਹੋ ਸਕਦੀ। ਹੂੰ ਇੱਥੇ ਤੇ ਉਹ ਵੀ ਹਾਲਾਤ ਰਿਹਾ ਵੀ ਅਗਲਿਆਂ ਨੇ ਡੁਪਲੀਕੇਟ ਪਰਚੀਆਂ ਛਪਾਈਆਂ ਹੁੰਦੀਆਂ ਸੀ ਆਪਣੀਆਂ, ਹੂੰ ਉਹ ਸਕੈਂਡਲ ਵੀ ਫੜੇ ਗਏ ਨੇ। ਜੀ ਇੱਕ ਇੱਥੇ ਮੈਨੇਜਰ ਹੁੰਦਾ ਸੀ, ਉਹਦਾ ਨਾਂ ਤੁਹਾਨੂੰ ਕੀ ਲੈਣਾ, ਮੇਖਾ ਸ਼ਾਇਦ ਦੁਨੀਆ ਤੇ ਨਾ ਹੋਵੇ, ਉਹਦਾ ਭਰਾ ਹੁੰਦਾ ਸੀ ਇੱਥੇ ਆਪਣਾ SBC ਮੈਂਬਰ ਟੋੜਾ ਸਾਹਿਬ ਦੇ ਟਾਈਮ ਤੇ। ਜੀ ਉਸ ਟਾਈਮ ਦੇ ਉੱਤੇ ਉਹਨੇ 1,10,000 ਰੁਪਇਆ ਘੁਟਾਲਾ ਕੀਤਾ ਜੀ ਤੇ ਉਹਦਾ ਰਿਕਾਰਡ ਸੀਗਾ ਵੀ ਉਹ ਸਾਲ ਦੇ ਵਿੱਚ 2 ਮਹੀਨੇ ਬਾਅਦ ਬਹਾਲ ਹੁੰਦਾ ਸੀ, ਬਾਕੀ ਜਿਹੜੇ ਸੀ ਉਹ 10 ਮਹੀਨੇ ਉਹ ਸਸਪੈਂਡਡ ਰਿਹਾ ਕਿਸੇ ਕੇਸ ਦੇ ਵਿੱਚ। ਅੱਛਾ ਜੀ। ਤੇ ਉਹਦਾ ਭਰਾ ਦੀ ਜਿਹੜੀ ਸੀ ਉਹ ਟੌੜਾ ਸਾਹਿਬ ਚੰਗੀ ਗੱਲ ਸੀ, ਜੋ ਇਲੈਕਸ਼ਨ ਆਉਂਦੀ ਸਾਲ ਬਾਅਦ ਉਹ ਤਰਲੇ ਤੁਰਲੇ ਕਰਕੇ ਬਹਾਲ ਕਰਾ ਦਿੰਦਾ ਸੀ। ਹੂੰ 1,10,000 ਦਾ ਉਹਨੇ ਘਪਲਾ ਕੀਤਾ ਤੇ ਟੌੜਾ ਸਾਹਿਬ ਨੇ ਇਲੈਕਸ਼ਨ ਆਈ ਤੇ ਉਹਦੇ ਭਰਾ ਦੇ ਕਹਿਣ ਤੇ 1100 ਰੁਪਈਆ ਉਹਨੂੰ ਜੁਰਮਾਨਾ ਪਾ ਕੇ ਤੇ ਬਹਾਲ ਕਰਤਾ। ਹੂੰ ਜਦੋਂ ਅਸੀਂ ਪੁੱਛਿਆ ਟੌੜਾ ਸਾਹਿਬ ਇਹ ਕੀ ਭਾਣਾ ਵਰਤਾਤਾ ਜੇ, ਹੂੰ ਘਪਲਾ 1,10,000 ਦਾ ਤੇ 1100 ਰੁਪਏ ਜੁਰਮਾਨਾ, ਉਹ ਕਹਿੰਦੇ ਤੁਹਾਨੂੰ ਪਤਾ ਕਾਕਾ ਵੋਟਾਂ ਬਾਟਾਂ ਵੀ ਲੈਣੀਆਂ ਹੁੰਦੀਆਂ ਨਾ, ਹੂੰ ਜਿੱਥੇ ਵੋਟਾਂ ਵਾਟਾਂ ਦਾ ਚੱਕਰ ਹੋਵੇ ਉੱਥੇ ਜੇ ਘਪਲੇ ਘਪਲੇ ਕੁਛ ਨਹੀਂ ਕਹਿੰਦੇ। ਇਹ ਵੀ ਕਿਸੇ ਵੋਟਾਂ ਵਾਲੇ ਦਾ ਕੋਈ ਕਰਿੰਦਾ ਹੋਣਾ ਵਾ ਜੀ ਜਿਹਦੇ ਖਿਲਾਫ ਕੋਈ ਕਾਰਵਾਈ ਠੋਸ ਨਹੀਂ ਕੀਤੀ ਗਈ, ਉਹਦੇ ਤੁਸੀਂ ਫੰਡ ਕੱਟ ਲੋਗੇ, ਕੱਟ ਲਓ, ਚੰਗੀ ਗੱਲ ਆ। ਲੇਕਿਨ ਇਹ ਵੇਖੋ ਵੀ ਦੀ ਮਜਬੂਰੀ ਕਿੰਨੀ ਹੋਊਗੀ ਵੀ ਜਿਹੜੇ ਇਸ ਵੇਲੇ ਉਹਨੇ ਹੇਰਾਫੇਰੀ ਕੀਤੀ ਜਦੋਂ ਉਹਦੇ ਚੰਦ ਦਿਨ ਰਿਟਾਇਰਮੈਂਟ 'ਚ ਰਹਿੰਦੇ ਸੀਗੇ। ਜੀ ਲੇਕਿਨ ਮੈਂ ਸੋਚਦਾ ਇਹਨੂੰ ਪਾਰਦਰਸ਼ੀ ਹੋਰ ਬਣਾਉਣ ਵਾਸਤੇ ਜਿਹੜੀ ਇਹਦੀ ਇੰਸਪੈਕਟਰ ਜਿਹੜੇ ਆ ਨਾ ਜੀ ਉਹ ਬਾਰ-ਬਾਰ ਦੀ ਚੈਕਿੰਗ ਕਰਦੇ ਰਹਿਣ। ਜਿਹੜਾ ਜੀ। ਬੰਦਾ ਜਾਂਦਾ ਵਾ ਉਹਨੂੰ ਪਹਿਲਾਂ ਕਹਿਣ ਨਾਲ ਇੰਸਪੈਕਟਰ ਜਾਵੇ, ਪਹਿਲਾਂ ਪੈਸੇ ਜਮ੍ਹਾਂ ਕਰਾ ਫਿਰ ਤੂੰ ਜਾਈਂ ਉੱਥੋਂ। ਜੀ ਭੱਟੀ ਸਾਹਿਬ, ਅਗਲੀ ਗੱਲ ਕਰਾਂ ਤਾਂ CA ਦੇ ਖਿਲਾਫ ਸ਼ਹੀਨ ਬਾਗ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੈ ਉਹ ਲਗਾਤਾਰ ਚੱਲ ਰਿਹਾ ਆ, ਜਿਸ ਨੂੰ ਵੱਖ-ਵੱਖ ਜਥੇਬੰਦੀਆਂ ਸਪੋਰਟ ਵੀ ਕਰ ਰਹੀਆਂ ਨੇ। ਉੱਥੇ ਨਾਲ ਹੀ ਦਿੱਲੀ ਦੇ ਵਿੱਚ ਇਲੈਕਸ਼ਨ ਜਿਹੜੀ ਆ ਉਹ ਵੀ ਦੌਰ ਉੱਥੇ ਬੜਾ ਗਰਮਾਇਆ ਹੋਇਆ, ਸਾਰੀਆਂ ਪਾਰਟੀਆਂ ਇੱਥੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ, ਅਮਿਤ ਸ਼ਾਹ ਗ੍ਰਹਿ ਮੰਤਰੀ ਜਿਹੜੇ ਆ ਉਹ ਖੁਦ ਜਿਹੜਾ ਆ ਇਹ ਸਾਰਾ ਕੁਝ ਉੱਥੇ ਰੈਲੀਆਂ ਨੂੰ ਸੰਬੋਧਨ ਕਰ ਰਹੇ ਆ। ਸੋ ਕਿਵੇਂ ਦੇਖ ਰਹੇ ਹੋ, ਇੱਕ ਪਾਸੇ ਪ੍ਰਦਰਸ਼ਨ ਹੋ ਰਿਹਾ, ਇੱਕ ਪਾਸੇ ਉੱਥੇ ਇਲੈਕਸ਼ਨ ਦਾ ਪ੍ਰਚਾਰ ਚੱਲ ਰਿਹਾ ਆ। ਮੈਂ ਸੋਚਦਾ ਜੀ ਸਰਕਾਰ ਦੀ ਬੜੀ ਵੱਡੀ ਨਲਾਇਕੀ ਹੈ। ਜੀ ਜੇ ਸ਼ਹੀਨ ਬਾਗ ਦੇ ਵਿੱਚ ਮੇਰੇ ਖਿਆਲ 50 ਦਿਨਾਂ ਤੋਂ ਉੱਪਰ ਹੋ ਗਿਆ ਅੱਜ ਇਹ ਜਿਹੜਾ ਉੱਥੇ ਪ੍ਰਦਰਸ਼ਨ ਚੱਲ ਰਿਹਾ ਤੇ ਉਹ ਬੀਬੀਆਂ ਪ੍ਰਦਰਸ਼ਨ ਕਰ ਰਹੀਆਂ। ਜੀ ਉੱਥੇ ਕਈ ਜਥੇਬੰਦੀਆਂ ਵੀ ਗਈਆਂ ਵਾ। ਇੱਕ ਬੱਚੇ ਦੀ ਮੌਤ ਵੀ ਹੋਈ ਇੱਕ ਬੱਚੇ ਦੀ, ਇੱਕ 4 ਮਹੀਨੇ ਦੀ ਬੱਚੇ ਦੀ ਮੌਤ ਹੋ ਗਈ ਆ ਠੰਡ ਦੇ ਨਾਲ, ਤੇ ਉਹਦੀ ਮਾਂ ਉੱਥੋਂ ਗਈ ਆ, ਉਹਨੂੰ ਦਫਨਾ ਕੇ ਤੇ ਫਿਰ ਆ ਕੇ ਬਹਿ ਗਈ, ਕਹਿੰਦੀ ਮੈਨੂੰ ਉਹ ਤੇ ਬੱਚਾ ਚਲੇ ਗਿਆ, ਬਾਕੀ ਬੱਚਿਆਂ ਦੀ ਜ਼ਿੰਦਗੀ ਦੀ ਵੀ ਲੋੜ ਆ। ਜੀ ਸਾਡੀਆਂ ਕਈ ਜਿਹੜੀਆਂ ਕਿਸਾਨ ਜਥੇਬੰਦੀਆਂ ਵੀ ਗਈਆਂ ਵਾ ਜੀ ਤੇ ਸਾਡੇ ਮਹਾਂਪੁਰਖ ਜਿਹੜੇ ਬਲਦੇਵ ਸਿੰਘ ਸਿਰਸਾ ਉਹ ਗਏ ਜਾਂ ਨਹੀਂ ਮੈਨੂੰ ਨਹੀਂ ਪਤਾ, ਜੀ ਜਾਣਗੇ ਕਿ ਮੈਨੂੰ ਨਹੀਂ ਪਤਾ, ਲੇਕਿਨ ਉਹਨਾਂ ਨੂੰ ਜਾਣਾ ਚਾਹੀਦਾ ਵੀ ਉਹ ਆਮ ਇਹੋ ਜਿਹੇ ਮੋਰਚਿਆਂ ਤੇ ਜਾਂਦੇ ਆਉਂਦੇ ਰਹਿੰਦੇ ਆ। ਜੀ ਜਿਹੜੀ ਸ਼ਹੀਦਬਾਦ ਦੀ ਤੁਸੀਂ ਗੱਲ ਕਰਦੇ, ਮੰਗ ਉਹਨਾਂ ਦੀ ਬਿਲਕੁਲ ਜਾਇਜ਼ ਆ। ਜੀ ਉਸ ਮੰਗ ਤੇ ਗੌਰ ਫਰਮਾਇਆ ਜਾਣਾ ਚਾਹੀਦਾ ਵਾ। ਜੀ ਹਾਲੀ ਕਿ ਕੱਲ ਪਾਰਲੀਮੈਂਟ ਦੇ ਵਿੱਚ ਸਰਕਾਰ ਨੇ ਕਹਿ ਦਿੱਤਾ ਵੀ ਹਾਲੀ ਨੂੰ ਲਾਗੂ ਨਹੀਂ ਕਰਾਂਗੇ। ਜੀ ਵਿਰੋਧੀ ਧਿਰ ਦੀ ਇਹ ਲਾਗੂ ਕਰਨ ਦੀ ਲੋੜ ਹੀ ਨਹੀਂ ਇਹਨੂੰ ਹੈਗੀ। ਕਿਉਂ ਲਾਗੂ ਕਰਨ ਦੀ ਗੱਲ ਕਰਦੇ ਹੋ CA ਦੀ? ਜੀ ਜਿਹੜਾ ਬੰਦਾ ਅੱਜ ਨੂੰ ਇੱਥੇ ਰਹਿ ਗਿਆ, ਹੁਣ ਡਾਕਟਰ ਮਨਮੋਹਨ ਸਿੰਘ ਜਿਹੜੇ ਪਾਕਿਸਤਾਨ ਤੋਂ ਆਏ ਨੇ, ਜੀ ਕੱਲ ਨੂੰ ਉਹ ਕਹਿਣਗੇ ਵੀ ਤੁਹਾਡੇ ਦਾਦੇ ਦਾ ਕਿਸੇ ਬਾਬੇ ਦਾ ਨਾਂ ਸੀ, ਕਿੱਥੇ ਰਹਿੰਦੇ ਸੀਗੇ? ਪਾਕਿਸਤਾਨ। ਚੰਗਾ ਤੁਸੀਂ ਪਾਕਿਸਤਾਨ ਚੱਲ ਜਾਓ ਜੀ। ਮਤਲਬ ਇਹੋ ਜਿਹੀਆਂ ਗੱਲਾਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਅਸੀਂ ਕਿਸੇ ਦੇ ਹੱਕ 'ਚ ਨਹੀਂ ਵੀ ਸਾਡੇ ਦੇਸ਼ ਦੇ ਵਿੱਚ ਦੂਸਰੇ ਦੇਸ਼ਾਂ ਦੇ ਲੋਕ ਆ ਕੇ ਇੱਥੇ ਜਿਹੜੇ ਸੀ ਵਸਣ। ਜੀ ਅੱਜ ਦੀ ਡੇਟ ਦੇ ਵਿੱਚ ਕੈਨੇਡਾ 'ਚ ਅਸੀਂ ਜਦੋਂ ਸਾਡੇ ਬੰਦੇ ਦੀ ਕਿਸੇ ਦੀ ਉਹ ਸਿਟੀਜ਼ਨਸ਼ਿਪ ਖਾਰਜ ਕਰਦੇ ਤਾਂ ਅਸੀਂ ਕਿੰਨਾ ਦੁੱਖ ਮਹਿਸੂਸ ਕਰਦੇ ਹਾਂ। ਜੀ ਅੱਜ ਦੀ ਡੇਟ ਦੇ ਵਿੱਚ ਕੈਨੇਡਾ 'ਚ ਸਾਡਾ ਸੱਜਣ ਹਰਜੀਤ ਸਿੰਘ ਸੱਜਣ ਉੱਥੇ ਡਿਫੈਂਸ ਮਿਨਿਸਟਰ ਬੰਦਾ, ਕਿੰਨੀ ਮਹਿਸੂਸ ਕਰਦੇ ਹਾਂ ਅਸੀਂ। ਜੇ ਉਹ ਬਣ ਸਕਦੇ ਤੇ ਇੱਥੇ ਜੋ ਕੋਈ ਆ ਗਿਆ ਤੇ ਫਿਰ ਸਾਨੂੰ ਉਹਨੂੰ ਸਿਟੀਜ਼ਨਸ਼ਿਪ ਦੇਣੀ ਪਊ। ਜੀ ਹੁਣ ਕੱਲ ਦੀ ਗੱਲ ਤੁਸੀਂ ਵੇਖ ਲਓ, ਕੱਲ ਜਿਹੜੇ ਪਰਸੋਂ ਹਿੰਦੂ ਪਰਿਵਾਰ ਆਏ ਨੇ ਪਾਕਿਸਤਾਨ ਤੋਂ, ਉੱਥੇ ਕੌਣ ਗਏ ਨੇ ਉਹਨਾਂ ਦੀ ਸਾਰ ਲੈਣ ਵਾਸਤੇ? ਮਨਜਿੰਦਰ ਸਿੰਘ ਸਿਸਾ ਦਿੱਲੀ ਤੋਂ ਆਏ ਨੇ, ਜੀ ਸਿਰਫ BJP ਨੂੰ ਖੁਸ਼ ਕਰਨ ਵਾਸਤੇ। ਜੀ BJP ਦੇ ਲੀਡਰ ਨਹੀਂ ਸੀ ਹੈਗੇ ਇੱਥੇ, ਲੋਕਲ ਲੀਡਰ ਨਹੀਂ ਸੀ ਹੈਗੇ। ਕਹਿੰਦੇ ਜੀ ਅਸੀਂ ਅਮਿਤ ਸ਼ਾਹ ਨੂੰ ਕਹਿ ਕੇ ਤੁਹਾਨੂੰ ਨਾਗਰਿਕਤਾ ਦਵਾਵਾਂਗੇ। ਬਿਲਕੁਲ ਦਵਾਉਣੀ ਚਾਹੀਦੀ ਹੈ, ਜੀ ਲੇਕਿਨ ਇਹ ਗੱਲ ਜ਼ਰੂਰ ਯਾਦ ਰੱਖਣ, ਜੀ ਅੱਜ ਦੀ ਡੇਟ ਦੇ ਵਿੱਚ ਬੰਗਲਾਦੇਸ਼ ਦੇ ਵਿੱਚ 1 ਕਰੋੜ ਤੇ 40 ਲੱਖ ਹਿੰਦੂ ਨੇ। ਜੀ ਜੇ ਕੱਲ ਨੂੰ ਕਹਿ ਦੇਣ ਵੀ ਜਾਓ ਤੁਸੀਂ ਆਪਣੇ ਦੇਸ਼, ਅਸੀਂ ਨਹੀਂ ਰੱਖਦੇ ਤੁਹਾਨੂੰ, ਤੇ ਫਿਰ ਕੀ ਬਣੂਗਾ? ਜੀ 40 ਲੱਖ ਹਿੰਦੂ ਜਿਹੜੇ ਇਸ ਵੇਲੇ ਸਾਊਦੀ ਅਰਬ ਦੇ ਵਿੱਚ ਨੇ। ਜੀ ਇਸ ਕਰਕੇ ਮੈਂ ਮਹਿਸੂਸ ਕਰਦਾ ਵੀ ਇਹ ਸਰਕਾਰ ਜਿਹੜੀ ਆ ਪੋਲੀਟੀਕਲ ਤੌਰ ਤੇ ਜੋ ਕਰ ਰਹੀ ਆ ਉਹਨੂੰ ਨਹੀਂ ਕਰਨਾ ਚਾਹੀਦਾ। ਯਥਾਰਥ ਰੂਪ ਵਿੱਚ ਜਾਣਾ ਚਾਹੀਦਾ ਵੀ ਜਿਹੜਾ ਬੰਦਾ ਵਾਕਈ ਇੱਥੇ ਕੋਈ ਗੜਬੜ ਕਰਦਾ ਉਹਨੂੰ ਕੱਢਿਆ ਜਾਵੇ, ਜੀ ਜਿਹੜਾ ਸ਼ਾਂਤਮਈ ਤਰੀਕੇ ਨਾਲ ਰਹਿੰਦਾ ਵਾ ਉਹਨੂੰ ਰਹਿਣ ਦਿੱਤਾ ਜਾਵੇ।
ਤੇ ਅੱਗੇ ਤੋਂ ਬਾਰਡਰ ਸੀਲ ਕੀਤੇ ਜਾਣ ਵੀ ਸਾਡੇ ਇੱਥੇ ਘੁਸਪੈਠ ਕੋਈ ਨਾ ਕਰ ਸਕੇ ਜੀ। ਜੀ ਭੱਟੀ ਸਾਹਿਬ, ਲਾਸਟ ਦੇ ਉੱਤੇ ਜਾਣਨਾ ਚਾਹੂੰਗਾ ਕਿ ਅੰਮ੍ਰਿਤਸਰ ਦੇ ਵਿੱਚ ਡਰੱਗ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ, ਜਿੱਥੇ ਬਹੁਤ ਸਾਰੀ ਡਰੱਗ ਜਿਹੜੀ ਆ ਉਹ ਮਿਲੀ ਸੀਗੀ, ਉਹ ਹੁਣ ਮਾਮਲਾ ਕਿੱਥੇ ਜੇ ਪਹੁੰਚਿਆ ਆ, ਕਿਹਦੀ ਗ੍ਰਿਫਤਾਰੀ ਹੋਈ ਹੈ? ਵੇਖੋ ਜੀ, ਇਹ ਡਰੱਗ ਜਿਹੜੀ ਆਈ ਸੀ ਇਹ ਗੁਜਰਾਤ ਦੇ ਰਸਤੇ ਸਮੁੰਦਰ ਰਾਹੀਂ ਆਈ ਸੀ ਜੀ। ਸਮੁੰਦਰ ਰਾਹੀਂ ਆਉਣ ਤੋਂ 200 ਕਿਲੋ ਡਰੱਗ ਉੱਥੇ ਫੜੀ ਗਈ ਤੇ 300 ਕਿਲੋ ਉੱਥੇ ਫੜੀ ਗਈ ਤੇ 194 ਲਗਭਗ 200 ਕਿਲੋ ਇੱਥੇ ਆਈ, ਬਾਈ ਰੋਡ ਆਈ ਜੀ। ਉਸ ਰੋਡ ਦੇ ਵਿੱਚ ਜਿਹਦੀ ਕੋਠੀ ਅਕਾਲੀ ਲੀਡਰ ਸੀ ਉਹਨੂੰ ਇਹਨਾਂ ਨੇ ਨੋਟਿਸ ਭੇਜਿਆ ਆ ਕੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇ ਜੀ। ਪਹਿਲੇ ਦਿਨ ਇਹ ਆਖਿਆ ਜੀ ਪੁਲਿਸ ਨੇ ਵੀ ਉਹ ਗ੍ਰਿਫਤਾਰ ਕਰ ਲਏ ਸੀ ਜੀ। ਲੇਕਿਨ ਮੁੜ ਕੇ ਕਿਹਦੀ ਸਿਫਾਰਿਸ਼ ਆਈ ਕਿਹਦੀ ਨਹੀਂ ਆਈ ਇਹ ਨਹੀਂ ਪਤਾ। ਲੇਕਿਨ ਉਸ ਤੋਂ ਬਾਅਦ ਇਹਨਾਂ ਕਹਿਤਾ ਜੀ ਨੋਟਿਸ ਜਾਰੀ ਕੀਤਾ ਸੀ। ਲੇਕਿਨ ਜਿਹੜਾ ਅੰਕੁਸ਼ ਜਿਹੜਾ ਇਹਦਾ ਕਿੰਗ ਪੇਨ ਆ ਉਹਦੇ ਕੋਲੋਂ ਕੱਲ ਫਿਰ ਹੀਰੋਇਨ ਫੜੀ ਗਈ ਜੀ। ਉਹਦੇ ਘਰੋਂ। ਜਿਹੜਾ ਇਹਦਾ ਕੌਂਸਲਰ ਸੀਗਾ, ਕੌਂਸਲਰ ਨੇ ਵੀ ਕਿਹਾ ਜੀ ਮੇਰਾ ਮੁੰਡਾ ਮੇਰੇ ਤੋਂ ਲੱਗ ਰਹਿੰਦਾ, ਮੈਂ ਵੱਖਰਾ ਰਹਿੰਦਾ, ਉਹਦੀਆਂ 2 ਸ਼ਾਦੀਆਂ ਸੀ, ਪਹਿਲੀ ਘਰ ਨੂੰ ਤਲਾਕ ਦਿੱਤਾ ਸੀ ਉਹਨੇ, ਤਲਾਕ ਦੇ ਕੇ ਜਿਹੜਾ ਉਹਦਾ ਪਹਿਲਾ ਮਕਾਨ ਸੀ ਉਹਨੇ ਪਹਿਲੀ ਘਰ ਦਾ ਕਰਤਾ ਜਿਹਨੂੰ ਤਲਾਕ ਦਿੱਤਾ ਸੀਗਾ। ਇਸ ਕਰਕੇ ਮੇਰਾ ਕੋਈ ਸਬੰਧ ਨਹੀਂ, ਮੈਨੂੰ ਤੁਸੀਂ ਪਰੇਸ਼ਾਨ ਨਾ ਕਰੋ। ਉਹ ਕੌਣ? ਉਹ ਅਸ਼ਵਨੀ ਪੱਪੂ ਸਾਡੇ ਕਾਂਗਰਸੀ ਲੀਡਰ ਪੁਰਾਣੇ ਨੇ, ਸੋਨੀ ਸਾਹਿਬ ਦੇ ਖਾਸ ਬੰਦੇ ਨੇ, ਉਹਨਾਂ ਦਾ ਬੰਦਾ ਵਾ। ਜੇ ਇਹੋ ਜਿਹੀਆਂ ਲੀਡਰੀਆਂ ਪਾਲਣੀਆਂ ਤੇ ਫਿਰ ਤੇ ਕੁਝ ਹੋਣ ਵਾਲਾ ਨਹੀਂ। ਲੇਕਿਨ ਮੈਂ ਸੋਚਦਾ ਵੀ ਇਹ ਜਿਹੜੀ ਡਰੱਗ ਬਣਨੀ ਸੀ, ਜਿਹੜਾ ਅਫਗਾਨ ਨਾਗਰਿਕ ਆਇਆ ਸੀ ਉਹਨੇ 200 ਕਿਲੋ ਤੋਂ 500 ਕਿਲੋ ਬਣਾ ਕੇ ਦੇਣੀ ਸੀ ਇਹਨਾਂ ਨੂੰ ਮਿਸ਼ਰਣ ਬਣਾ ਕੇ, ਤੇ ਕਿਹਾ ਤੇ ਇਹ ਜਾਂਦਾ ਵੀ ਇਹ ਬਲੱਡ ਜਿਹੜੀ ਹੈਗੀ ਆ ਡਰੱਗ ਜਿਹੜੀ ਸੀ ਬਾਹਰ ਜਾਣੀ ਸੀ, ਹੈਰੋਇਨ ਬਾਹਰ ਜਾਣੀ ਸੀ, ਵਿਦੇਸ਼ਾਂ ਜਾਣੀ ਸੀ। ਲੇਕਿਨ ਜੇ ਇੱਥੇ ਵਰਤੀ ਜਾਂਦੀ ਤੇ ਫਿਰ ਖੋਰਾ ਕਿੰਨੇ ਕੁ ਲੋਕਾਂ ਦੇ ਹੁਣ ਕਿੰਨੇ ਘਰਾਂ ਦੇ ਹੋਰ ਚਿਰਾਗ ਬੁਝਦੇ। ਇਸ ਕਰਕੇ ਸਰਕਾਰ ਨੇ ਜੇ ਸਖਤੀ ਕੀਤੀ ਚੰਗੀ ਗੱਲ ਆ। ਕੱਲ ਵੀ 2 ਵਿਅਕਤੀ ਜਿਹੜੇ ਹੀਰੋਇਨ ਸਮੇਤ ਜਿਹੜੇ ਉਹ ਬੋੜੂ ਪੁਲ ਤੋਂ ਫੜੇ ਗਏ ਇੱਥੋਂ ਪੰਜਾਬ ਅੰਮ੍ਰਿਤਸਰ ਦੇ ਵਿੱਚੋਂ। ਅੰਮ੍ਰਿਤਸਰ ਤੇ ਮੰਡੀ ਬਣਿਆ ਪਿਆ ਇਸ ਵੇਲੇ ਹੈਰੋਇਨ ਦੀ ਤੇ ਸਰਕਾਰ ਨੂੰ ਜਿਹਦਾ ਸਖਤ ਐਕਸ਼ਨ ਲੈਣਾ ਚਾਹੀਦਾ ਵਾ। ਜਿਹੜੀ ਐਸਟੀਐਫ ਆ ਉਹਨੂੰ ਖੁੱਲੇ ਜਿਹੜੇ ਆ ਉਹ ਦੇਣੇ ਚਾਹੀਦੇ, ਆਪਣੇ ਅਧਿਕਾਰ ਦੇਣੇ ਚਾਹੀਦੇ ਆ ਜੀ। ਸੋ ਮੈਂ ਹੁਣ ਕਹੂੰਗਾ ਜੀ ਸਾਡੇ ਗੁਰਪ੍ਰੀਤ ਸਿੰਘ ਜਿਹੜੇ ਕੈਮਰਾਮੈਨ ਨੇ ਉਹ ਕਹਿੰਦੇ ਚਾਹ ਵੀ ਤਿਆਰ ਆ ਜੀ। ਸੋ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਭੱਟੀ, ਜਿਨ੍ਹਾਂ ਨੇ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਖਬਰਾਂ ਦੇ ਉੱਤੇ ਚਰਚਾ ਕੀਤੀ ਆ। ਸੋ ਇਸ ਪ੍ਰੋਗਰਾਮ ਦਾ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ। ਇੱਥੇ ਤੁਹਾਡੇ ਤੋਂ ਆਗਿਆ ਚਾਹਾਂਗੇ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।